जन्म मरण दुख जाए। वाहिगुरु साहिब जीओ। गौड़ी गुआरेरी महला पंजवा। अनक जतन नहीं होत छुटारा। बहुत सियाणप आगल भारा। अनक जतन नहीं होत छुटारा। बहुत सियाणप आगल भारा। हर की सेवा निर्मल हेत। प्रभ की दरगह शोभा सेत। मन मेरे गहो हर नाम का ओला। तुझे न लागै ताता झोला रहाओ। ज्यों बोहिथ पै सागर माहे। अंधकार दीपक दीपाहे। अग्न सीत का लाहस दूख। नाम जपत मन होवत सूख। उतर जाए तेरे मन की प्यास। पूरन होवै सगली आस। डोलै नहीं तुम्हारा चीत। अमृत नाम जप गुरमुख मीत। नाम औखध सोई जन पावै। कर कृपा जिस आप दिवावै। हर हर नाम जाकै हृदय वसै। दुख दर्द तिह नानक नसै। हर हर नाम जाकै हृदय वसै। दुख दर्द तिह नानक नसै। वाहिगुरु जी का खालसा वाहिगुरु जी की फतेह। सत्कारयोग गुरु रूप गुरु प्यारी साध संगत जी। आप जी बहुत वड्डियां भागां वाले हो जो दीन दुनिया दे मालक सतगुरु श्री गुरु ग्रंथ साहिब जी महाराज जी की पावन पवित्र हजूरी अंदर सुशोभित होके सतगुरु जी की पावन पवित्र तुरकी बाणी की विचार नाल अपने मन नूं जोड़ रहे हो। अमृत वेले का जो रोज़ का नेम है उस अनुसार आपने इलाही पावन बाणी आशा की वार का कीर्तन सरवण कर लिया है। आओ सतगुरु श्री गुरु ग्रंथ साहिब महाराज जी की पावन गुरबाणी की लड़ीवार कथा विचार जो आप जी नेम नाल सुनते हो सरवण करिए। हाजरी लवाओ। आखो जी सतनाम श्री वाहिगुरु साहिब जी। गौड़ी गुआरेरी महला पंजवा। अज का पावन शब्द गुरु ग्रंथ साहिब जी के पावन अंग 178 के उत्ते सुभायमान है। गौड़ी गुआरेरी ये राग है। महला पंजवा तो भाव पंचम पातशाह सतगुरु श्री गुरु अर्जन देव जी शहीदां दे सरताज उन्हां दी रसना तो ये अज दा पावन शब्द सानू गुरु ने दिता है। अनक जतन नहीं होत छुटारा। श्री गुरु अर्जन देव महाराज दस रहे है अनक जतन नहीं होत छुटारा। बंदा अपना छुटकारा कराउण लई जनी छुटकारा कराउणा काहदे तो है। लफ्ज़ां दा बहुत फर्क है। चीज़ इक्को ही है। कोई उन्हों मुक्ति कह दिंदा है भी मुक्ति मिल जावे। कोई उन्हों कह दिंदा जन्म मरण तो छुटकारा मिल जावे। कोई कह दिंदा बंधन कट्टे जाण। कोई कहंदा मोक्ष हो जावे। कोई कहंदा माया दी जिहड़ी पकड़ है छुट जावे। कोई कहंदा मेरे भरम कट्टे जाण। कोई कहंदा मेरा पर्दा कट्टिया जावे। हुण शब्द है
ਚੀਜ਼ ਇੱਕੋ ਹੀ ਹੈ। ਵਿਦੰਤੀ ਕੁਝ ਹੋਰ ਕਹਿੰਦੇ ਆ ਉਹਨੂੰ, ਇਸਲਾਮ ਵਾਲੇ ਕੁਝ ਹੋਰ ਕਹਿੰਦੇ ਆ, ਜੈਨੀ ਬੋਧੀ ਕੁਝ ਹੋਰ, ਚੀਜ਼ ਇੱਕੋ ਹੀ ਹੈ। ਉਹ ਹੈ ਛੁਟਕਾਰਾ ਹੋ ਜਾਣਾ, ਜਿਹਦੇ ਨਾਲ ਬੰਦੇ ਦਾ 84 ਦਾ ਗੇੜ ਮੁੱਕ ਜਾਵੇ। ਉਹ ਹੈ ਮੇਨ ਪ੍ਰਯੋਜਨ ਮਨੁੱਖ ਦਾ, ਉਹ ਹੈ। ਫਿਰ ਉਹਦੇ ਲਈ ਬੰਦਾ ਬੜੇ ਯਤਨ ਕਰਦਾ ਹੈ। ਜਦੋਂ ਨਹੀਂ ਮੁੱਢਾਂ ਤੋਂ ਬੜੇ ਯਤਨ ਕੀਤੇ ਗਏ ਪਰਮ ਗਿਆਨ, ਪਰਮ ਸ਼ਾਂਤੀ ਪ੍ਰਾਪਤ ਕਰਨ ਲਈ ਬੰਦੇ ਨੇ ਬਹੁਤ ਕੁਝ ਕੀਤਾ। ਇੱਥੇ ਤੱਕ ਵੀ ਯਤਨ ਕੀਤੇ ਗਏ, ਪੁੱਠੇ ਲਟਕਣਾ, ਭੁੱਖੇ ਰਹਿਣਾ, ਜੰਗਲਾਂ 'ਚ ਜਾਣਾ, ਇਹ ਤਾਂ ਆਮ ਗੱਲ ਹੈ ਹੀ ਸੀ। ਰਾਜ ਭਾਗ ਛੱਡ ਕੇ ਸੰਨਿਆਸੀ ਹੋ ਗਏ ਰਾਜਕੁਮਾਰ। ਗੌਤਮ ਜੋ ਬਾਅਦ ਵਿੱਚ ਬੁੱਧ ਬਣਿਆ, ਗੌਤਮ ਬੁੱਧ ਨੂੰ ਜਿਸ ਨੇ ਜੋ ਵੀ ਕਿਹਾ ਉਹਨੇ ਉਹ ਕੀਤਾ। ਕੋਈ ਗੁਰੂ ਤਾਂ ਇੱਕ ਉਹਨੂੰ ਇਹ ਵੀ ਮਿਲ ਪਿਆ, ਉਹਨੇ ਆਖਿਆ ਪਰਮ ਸ਼ਾਂਤੀ, ਛੁਟਕਾਰਾ, ਗਿਆਨ ਦੀ ਪ੍ਰਾਪਤੀ, ਨਿਰਵਾਣ ਦੀ ਪ੍ਰਾਪਤੀ ਤਾਂ ਹੋ ਸਕਦੀ ਹੈ ਅਗਰ ਤੂੰ ਆਪਣੀ ਖੁਰਾਕ ਘਟਾਉਂਦਾ ਘਟਾਉਂਦਾ ਇੰਨੀ ਘਟਾ ਲਵੇਂ ਕਿ ਇੱਕ ਚੌਲ ਦੇ ਦਾਣੇ 'ਤੇ ਪਹੁੰਚ ਜਾਵੇਂ। ਉਹਨੇ ਐਸਾ ਕੀਤਾ। ਪਹਿਲਾਂ ਅੱਧੀ ਖੁਰਾਕ ਕੀਤੀ, ਫਿਰ ਉਦੋਂ ਅੱਧੀ ਕੀਤੀ, ਫਿਰ ਅੱਧੀ ਕੀਤੀ, ਕਰਦਿਆਂ ਕਰਦਿਆਂ ਬੁਰਕੀ 'ਤੇ ਆ ਗਿਆ। ਫਿਰ ਇੱਕ ਦਿਨ ਐਸਾ ਵੀ ਆਇਆ ਕਿ ਉਹ ਇੱਕ ਚੌਲ ਦੇ ਦਾਣੇ 'ਤੇ ਉਹਨੇ ਗੁਜ਼ਾਰਾ ਕੀਤਾ। ਪਰ ਉਦੋਂ ਤੱਕ ਇੰਨਾ ਕਮਜ਼ੋਰ ਹੋ ਗਿਆ ਸੀ ਕਿ ਉਹ ਇੱਕ ਗੋਡੇ ਗੋਡੇ ਪਾਣੀ ਹੁੰਦਾ, ਇੱਕ ਛੋਟੀ ਜਿਹੀ ਨਦੀ, ਉਹਨੂੰ ਕਹਿੰਦੇ ਨਿਰੰਜਨਾ ਨਦੀ, ਇੱਧਰ ਬਿਹਾਰ 'ਚ ਚੱਲਦੀ ਹੈ। ਉਹਦੇ ਵਿੱਚ ਦੀ ਲੰਘਣ ਲੱਗਾ ਅਤੇ ਉਹ ਵੀ ਰੋੜ ਕੇ ਉਹਨੂੰ ਲੈ ਚੱਲੀ ਸੀ। ਉਹਦੇ 'ਚ ਡੁੱਬਣ ਲੱਗਾ ਸੀ। ਇੰਨੀ ਤਾਕਤ ਨਹੀਂ ਸੀ ਸਰੀਰ ਵਿੱਚ, ਕਮਜ਼ੋਰੀ ਹੋ ਚੁੱਕੀ ਸੀ ਕਿ ਗੋਡੇ ਗੋਡੇ ਪਾਣੀ ਵੀ ਉੱਤੋਂ ਰੁਕ ਨਾ ਸਕਿਆ। ਪਰ ਫਿਰ ਵੀ ਉਹਨੇ ਉਹ ਸਭ ਕੁਝ ਛੱਡਿਆ, ਬਾਹਰ ਨਿਕਲਿਆ, ਆਇਆ, ਦੁੱਧ ਪੀਤਾ, ਰੋਟੀ ਖਾਧੀ। ਬੜੇ ਯਤਨ ਕਰਦਾ ਬੰਦਾ ਛੁਟਕਾਰਾ ਕਰਾਉਣ ਵਾਸਤੇ, ਬਹੁਤ ਬਹੁਤ ਵੱਡੇ ਯਤਨ ਕਰਦਾ। ਕੀ ਇਹਨਾਂ ਯਤਨਾਂ ਦੇ ਨਾਲ, ਭੁੱਖੇ ਰਹਿਣ ਦੇ ਨਾਲ, ਜਲ ਧਾਰੇ ਕਰ ਲੈਣ ਦੇ ਨਾਲ, ਜਾਂ ਨਗਨ ਹੋ ਕੇ ਫਿਰਨ ਦੇ ਨਾਲ ਮੁਕਤੀ ਮਿਲ ਜਾਏਗੀ? ਬਾਣੀ ਨੇ ਇਹਨਾਂ ਚੀਜ਼ਾਂ ਨੂੰ ਆਖਿਆ ਵੀ ਇਹ ਛੁਟਕਾਰੇ ਦਾ ਮਾਰਗ ਨਹੀਂ ਹਨ। ਜਪਜੀ ਸਾਹਿਬ ਤੁਸੀਂ ਪੜ੍ਹਦੇ ਹੋ, ਜਪਜੀ ਸਾਹਿਬ ਵਿੱਚ ਪਹਿਲਾਂ ਇਹਨਾਂ ਚੀਜ਼ਾਂ ਦਾ ਹੀ ਜ਼ਿਕਰ ਹੁੰਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜੋਗੀ ਸਿੱਧ ਪੁੱਛਦੇ ਹੈ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਸੁਚਮਤਾ ਰੱਖਣ ਨਾਲ ਹੋ ਜਾਏਗੀ। ਸੋਚਿਆ ਹੈ, ਸੋਚ ਨਾ ਹੋਵੇ। ਜੇ ਸੋਚੀ ਲੱਖ ਵਾਰ, ਜੇ ਲੱਖਾਂ ਵਾਰ ਵੀ ਤੀਰਥਾਂ 'ਤੇ ਜਾ ਕੇ ਸੁਚਮਤਾ ਕਰ ਲਈਏ, ਜਾਂ ਦਿਮਾਗ ਦੀ ਸੋਚੀ ਚੱਲੀਏ ਵੀ ਛੁਟਕਾਰਾ ਹੋ ਜਾਵੇ, ਹੋ ਜਾਏਗਾ। ਕਹਿੰਦੇ ਲੱਖਾਂ ਵਾਰ ਕਰੀ ਜਾ। ਮੌਨੀ ਹੋ ਜਾਈਏ, ਮਹਾਰਾਜ ਬੋਲੀਏ ਹੀ ਨਾ, ਚੁੱਪ ਕੀਤਿਆਂ ਮਨ ਚੁੱਪ ਹੋ ਜਾਏਗਾ। ਮਹਾਰਾਜ ਨੇ ਉੱਥੇ ਆਖਿਆ ਚੁੱਪ ਹੈ, ਚੁੱਪ ਨਾ ਹੋ ਬਈ, ਜੇ ਲਾਏ ਰਹਾ ਲਿਵਤਾਰ। ਚੁੱਪ ਕੀਤਾ, ਲਿਵ ਲਾ ਕੇ ਬਹਿ ਜਾਵਾਂ। ਪਰਮੇਸ਼ਰ ਨਾਲ ਨਹੀਂ ਲਿਵ ਲਾਉਣੀ, ਚੁੱਪ ਕਰਨ 'ਚ ਜ਼ੋਰ ਲਾਉਣਾ, ਧਿਆਨ ਰੱਖਣਾ ਵੀ ਬੋਲ ਨਾ ਨਿਕਲ ਜਾਏ। ਅਤੇ ਜਿਵੇਂ ਤੇਲ ਨੂੰ ਉੱਤੋਂ ਸੁੱਟੀਏ ਅਤੇ ਧਾਰ ਡਿੱਗਦੀ ਹੈ ਇੱਕ ਰਸ, ਇਉਂ ਚੁੱਪ ਬੈਠਾ ਰਹਾਂ। ਫਿਰ ਭੁੱਖਾ ਰਹਿ ਜਾਵਾਂ, ਖਾਵਾਂ ਹੀ ਕੁਝ ਨਾ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਬਾਹਰ ਭੁੱਖਾ ਰਹਿਣ ਨਾਲ ਅੰਦਰ ਦੀ ਭੁੱਖ ਨਹੀਂ ਉਤਰਨੀ, ਅਤੇ ਨਾ ਬਹੁਤਾ ਇਕੱਠਾ ਕਰਨ ਨਾਲ ਕੁਝ ਹੋਣਾ। ਭਾਵੇਂ ਸੱਤੇ ਪੁਰੀਆਂ ਦੇ ਭਾਰ ਬੰਨ੍ਹ ਲੈ ਸਮਾਨ ਦੇ। ਸਿਆਣਾ ਬਣ ਜਾਵਾਂ, ਪੜ੍ਹ ਜਾਵਾਂ, ਵਿਦਵਾਨ ਹੋ ਜਾਵਾਂ, ਵੇਦ ਕੰਠਸਥ ਕਰ ਲਵਾਂ, 6 ਸ਼ਸਤਰ, 4 ਵੇਦ, 18 ਪੁਰਾਣ ਸਾਰੇ ਆ ਜਾਣ, ਫਿਰ ਇੰਨਾ ਸਿਆਣਾ ਹੋ ਜਾਵਾਂ। ਮਹਾਰਾਜ ਕਹਿੰਦੇ ਸਹਿਸ ਸਿਆਣਪਾਂ ਲੱਖ ਹੋਏ, ਤਾਂ ਇੱਕ ਨਾ ਚੱਲੈ ਨਾਲ। ਫਿਰ ਸਵਾਲ ਅੱਗੇ ਆਉਂਦਾ, ਕਿਵ ਸਚਿਆਰਾ ਹੋਈ ਹੈ? ਕਿਵੇਂ ਸਚਿਆਰਾ ਹੋਵਾਂ? ਸੱਚ ਦਾ ਘਰ ਕਿਵੇਂ ਪਾਵਾਂ?
ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਕਿਵੇਂ ਸਚਿਆਰਾ ਹੋਵਾਂ ਤੇ ਮੇਰੀ ਕੂੜ ਦੀ ਪਾਲ, ਪਾਲ ਕਹਿੰਦੇ ਕੰਧ ਨੂੰ, ਕੰਧ ਜਿਹੜੀ ਮੇਰੇ ਅੰਦਰ ਕੂੜ ਦੀ ਹੈ ਇਹ ਕਿਵੇਂ ਟੁੱਟੇ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਮਹਾਰਾਜ ਕਹਿੰਦੇ ਉਹਦੇ ਹੁਕਮ ਵਿੱਚ ਚੱਲਣ ਦੇ ਨਾਲ, ਉਹਨੇ ਪ੍ਰਮਾਤਮਾ ਨੇ ਤੇਰੇ ਨਾਲ, ਜਦੋਂ ਦਾ ਤੂੰ ਜੰਮਿਆ ਨਾ, ਜਨਮ ਹੋਇਆ ਉਦੋਂ ਦਾ ਹੀ ਉਹਨੇ ਹੁਕਮ ਲਿਖ ਕੇ ਭੇਜ ਰੱਖਿਆ। ਜਦੋਂ ਮਰਜ਼ੀ ਕਮਾ ਲੈ, ਉਦੋਂ ਹੀ ਛੁਟਕਾਰਾ ਹੋ ਜਾਏਗਾ। ਅੱਜ ਵੀ ਗੁਰੂ ਜੀ ਕਹਿੰਦੇ ਹੋਰ ਜਿੰਨੇ ਮਰਜ਼ੀ ਯਤਨ ਕਰੀ ਜਾ, ਅਨਕ ਯਤਨ ਨਹੀਂ ਹੋਤ ਛੁਟਾਰਾ। ਬਹੁਤ ਯਤਨ ਕਰੇ, ਅਨੇਕਾਂ ਯਤਨਾਂ ਦੇ ਨਾਲ ਛੁਟਕਾਰਾ ਨਹੀਂ ਜੇ ਹੁੰਦਾ। ਬਹੁਤ ਸਿਆਣਪ ਆਗਲ ਭਾਰਾ, ਬਹੁਤਾ ਸਿਆਣਾ ਬਣ ਜਾਣਾ, ਅਖਵਾ ਲੈਣਾ, ਜਿੰਨਾ ਮਰਜ਼ੀ ਹੋ ਜਾਵੇ। ਕਈ ਬੰਦੇ ਸਿਆਣੇ ਹੁੰਦੇ ਨਹੀਂ, ਉਹਨਾਂ ਨੂੰ ਵੈਸੇ ਹੀ ਲੋਕੀ ਕਹਿਣ ਲੱਗ ਜਾਂਦੇ ਬੜਾ ਸਿਆਣਾ, ਅੱਲ ਪਾ ਲੈਂਦੇ ਆ। ਕਈ ਵਾਰ ਤਾਂ ਉਲਟ ਅੱਲ ਪੈ ਜਾਂਦੀ, ਮੂਰਖ ਬੰਦਿਆਂ ਨੂੰ ਲੋਕੀ ਗਿਆਨੀ ਕਹਿਣ ਲੱਗ ਜਾਂਦੇ। ਮਹਾਰਾਜ ਕਹਿੰਦੇ ਪਰ ਜੇ ਕੋਈ ਸੱਚੀ ਵੀ ਬਹੁਤ ਸਿਆਣਾ ਵੀ ਹੋ ਜਾਏ, ਜਿਹੜੀ ਸਿਆਣਪ ਦੀਆਂ ਗੱਲਾਂ ਕਰੇ, ਵੱਡੀਆਂ ਵੱਡੀਆਂ ਗੱਲਾਂ ਕਰੇ, ਬਹੁਤ ਸਿਆਣਪ ਆਗਲ ਭਾਰਾ, ਗੁਰੂ ਜੀ ਕਹਿੰਦੇ ਸਗੋਂ ਹੋਰ ਭਾਰ ਵੱਧ ਜਾਏਗਾ ਉਹਦੇ ਉੱਤੇ, ਸਿਰ 'ਤੇ। ਇੱਕ ਤਾਂ ਅੰਦਰੋਂ ਸਿਆਣਾ ਹੋਣਾ, ਉਹ ਗੁਰਸਿੱਖ ਹੈ, ਬਾਣੀ 'ਚ ਲਿਖਿਆ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ। ਉਹ ਬਾਹਰੋਂ ਭੋਲੇ ਹੈ, ਅੰਦਰੋਂ ਸਿਆਣਾ ਹੈ। ਪਰ ਲੋਕੀ ਬਾਹਰੋਂ ਸਿਆਣਪ ਜੀਭ 'ਤੇ ਜ਼ੁਬਾਨ 'ਤੇ ਗੱਲਾਂ 'ਚ ਪ੍ਰਵੇਸ਼ ਕਰਾਉਂਦੇ ਆ, ਸਿਆਣੀਆਂ ਸਿਆਣੀਆਂ ਗੱਲਾਂ ਕਰੀਏ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ। ਉਹ ਸਿਆਣਪ ਕਿਸੇ ਕੰਮ ਨਹੀਂ ਆਉਂਦੀ, ਸਗੋਂ ਭਾਰ ਵਧਿਆ ਰਹਿੰਦਾ। ਚੰਗੀਆਂ ਚੰਗੀਆਂ ਚੋਣਵੀਆਂ ਚੋਣਵੀਆਂ ਗੱਲਾਂ ਇਕੱਠੀਆਂ ਕਰਨੀਆਂ, ਸਿਆਣੀਆਂ ਸਿਆਣੀਆਂ ਗੱਲਾਂ ਕਰਨ ਦੇ ਲਈ ਯਤਨ ਕਰਨਾ। ਕਿੰਨਾ ਕੁ ਯਤਨ ਕਰ ਲਓਗੇ, ਜੋ ਅੰਦਰ ਹੈ ਉਹ ਬਾਹਰ ਨਿਕਲੇਗਾ। ਜੋ ਪਾਵੈ ਭਾਂਡੇ ਵਿੱਚ ਵਸਤ ਸਾ ਨਿਕਲੈ, ਕਿਆ ਕੋਈ ਕਰੇ ਵਿਚਾਰਾ। ਜੋ ਭਾਂਡੇ 'ਚ ਪਾਈ ਹੋਈ ਚੀਜ਼ ਹੈ ਉਹ ਆਖਰ ਨੂੰ ਨਿਕਲੂਗੀ ਇੱਕ ਨਾ ਇੱਕ ਦਿਨ। ਕਿੰਨਾ ਕੁ ਕੋਈ ਵਿਚਾਰਾ ਜ਼ੋਰ ਲਾ ਲਏਗਾ। ਇਸ ਲਈ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ 'ਤੇ ਜ਼ੋਰ ਨਹੀਂ ਦਿੱਤਾ ਵੀ ਬਹੁਤ ਕੋਈ ਸਿਆਣਾ ਹੋ ਜਾਵੇ, ਅਮੀਰ ਹੋ ਜਾਵੇ। ਗੁਰੂ ਸਾਹਿਬ ਨੇ ਜ਼ੋਰ ਦਿੱਤਾ ਆਚਰਣ ਦੇ ਉੱਤੇ, ਵੀ ਬੰਦੇ ਦਾ ਆਚਰਣ ਚੰਗਾ ਹੋਵੇ ਅੰਦਰੋਂ। ਹੁਣ ਤੁਸੀਂ ਵੇਖੋ, ਰਾਵਣ ਕੋਲ ਕਿਸ ਚੀਜ਼ ਦੀ ਕਮੀ ਸੀ? ਰਾਮ ਚੰਦਰ ਜੀ ਨਾਲੋਂ ਵੱਡੇ ਮਹਿਲ ਸਨ ਉਹਦੇ ਕੋਲ, ਉਹ ਮਹਿਲਾਂ 'ਚ ਰਹਿੰਦਾ ਸੀ। ਰਾਮ ਚੰਦਰ ਜੀ ਕਿੱਥੇ ਰਹਿੰਦੇ ਸੀ? ਜੰਗਲ 'ਚ। ਉਹਦੇ ਕੋਲ ਕਿੱਡਾ ਵੱਡਾ ਬਾਗ ਸੀ, ਰਾਮ ਚੰਦਰ ਜੀ ਕੋਲ ਕੀ ਸੀ? ਆਪਣੀ ਥਾਂ ਵੀ ਨਹੀਂ ਸੀ। ਉਹਦੇ ਕੋਲ ਕਿੰਨੀ ਸੈਨਾ ਫੌਜ ਸੀ, ਰਾਮ ਚੰਦਰ ਜੀ ਕੋਲ ਕੀ ਸੀ? ਕੁਛ ਵੀ ਨਹੀਂ। ਉਹਦੇ ਕੋਲ ਸੋਨੇ ਦੀ ਲੰਕਾ ਸੀ, ਰਾਮ ਜੀ ਕੋਲ ਕੀ ਸੀ? ਕੁਛ ਵੀ ਨਹੀਂ। ਉਹਦੇ ਕੋਲ ਐਡੀ ਵੱਡੀ ਫੌਜ, ਸੋਨੇ ਦੀ ਲੰਕਾ, ਬਹੁਤ ਵੇਦ ਚਾਰ ਕੰਠ ਕੀਤੇ ਹੋਏ ਸਨ, ਸਭ ਕੁਛ ਸੀ। ਪਰ ਲੋਕੀ ਰਾਮ ਜੀ ਨੂੰ ਕਿਉਂ ਪੂਜਦੇ ਆ ਫਿਰ? ਰਾਮ ਬਾਕੀ ਸਭ ਕੁਛ ਸੀ, ਇੱਕ ਚੀਜ਼ ਨਹੀਂ ਸੀ ਜੋ ਰਾਮ ਕੋਲ ਸੀ, ਉਹ ਸੀ ਆਚਰਣ। ਜਿੱਤ ਆਚਰਣ ਵਾਲੀ ਦੀ ਹੋਣੀ ਆ। ਇਉਂ ਗੁਰੂ ਸਾਹਿਬ ਨੇ ਗੁਰਸਿੱਖਾਂ ਨੂੰ ਉਹਦੇ ਅੰਦਰੋਂ ਆਚਰਣ ਬਣਾਉਣ ਦਾ ਦੱਸਿਆ। ਬਾਹਰੋਂ ਥੋਪੀ ਜਾਣਾ, ਬਾਹਰੋਂ ਲੈਵਲ ਲਾਈ ਜਾਣੇ, ਉਹਨੂੰ ਗੁਰੂ ਸਾਹਿਬ ਨੇ ਆਖਿਆ ਕਿ ਜਿੰਨਾ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ। ਅਸਲ ਸੁਗੜ ਸਿਆਣਪ ਉਹ ਹੈ, ਅੰਦਰ ਪ੍ਰਭੂ ਦੀ, ਪ੍ਰਮਾਤਮਾ ਦੀ ਪਿਆਸ ਜਾਗ ਜਾਣੀ, ਔਰ ਉਸ ਪ੍ਰਮਾਤਮਾ ਦੇ ਨਾਮ ਨਾਲ ਪ੍ਰੀਤ ਲੱਗ ਜਾਣੀ। ਕਿਉਂ ਸਮਝਾ ਰਹੇ ਆ? ਬਹੁਤ ਸਿਆਣਪ ਆਗਲ ਭਾਰਾ। ਬਹੁਤੀਆਂ ਸਿਆਣਪਾਂ ਵੀ ਬੰਦੇ ਦੇ ਸਿਰ 'ਤੇ ਸਗੋਂ ਹੋਰ ਵਜਨ ਪੈਦਾ ਕਰ ਦਿੰਦੀ ਹੈ।
हर की सेवा निर्मल हेत। सतगुरु श्री गुरु अर्जन देव जी समझा रहे हर की सेवा, हरि परमात्मा की जिहड़ी सेवा है, सिमरन है, ये निर्मल हेत। ये निर्मल जनी मैल तो रहत, हेत जनी लगाओ खिच है। ये निर्मल खिच है। बंदे अंदर खिच तो बहुत तरह की पाई जाती है। किसी नूं किसी चीज़ की खिच, किसी नूं दूसरी किसी चीज़ की खिच। हरेक बंदे की अपनी ख्वाहिश होंदी है, तमन्ना होंदी है। कोई बंदा किसी चीज़ नूं बेचण दे विच खिच रखदा भी ये विक जे, दूजा कोई बंदा उन्होंने खरीदण दे विच खिच रखदा भी खरीद लवां। हरेक बंदे की ख्वाहिश, तमन्ना, आरजू, इच्छा वक्खो वखरी है। पर गुरु महाराज जी कहते असल परमेश्वर की सिमरन अते उहदी भगती की जिहड़ी खिच है ना जी, यही निर्मल खिच है, जिहड़ी शुद्ध यही है। प्रभ की दरगह शोभा सेत। गुरु महाराज कहते जदों प्रभु की सेवा की खिच अंदर होएगी तो प्रभ की दरगह, रब की दरगाह विच जदों, रब के दरबार विच जदों जाना है आपां, कहते फिर शोभा सेत। सेत कहते उज्जल नूं, पवित्र नूं, चिट्टे नूं। महाराज कहते प्रभु की दरगाह विच फिर तुहाडी उज्जल शोभा होवेगी, पवित्र शोभा होवेगी। जिस अंदर हिरदे विच प्रभु की सेवा का, सिमरन का चाह होवेगा तो फिर तुहाडी शोभा पवित्र होवेगी। मन मेरे गहो हर नाम का ओला। सतगुरु गुरु अर्जन देव जी समझा रहे हैं, अपने मन को संबोधन कर रहे हैं। 169 अंग के उत्ते 179 अंग है ये। 179 अंग ते कहते मन मेरे गहो हर नाम का ओला। ये शब्द तुसी रागी ਸਿੰਘਾਂ तो सुनते हो, प्यार वालियां तो। मन मेरे गहो हर नाम का ओला, तुझे न लागै ताता चोला। हे मेरे मन, गौ का अर्थ होंदा ग्रहण करना, फड़ लेना। हे मेरे मन, हरि नाम का ओला, ओट। आपां आम भी वरतदे, ओले करती चीज़, ओला कर लिया, ओला कर लै। ओले का अर्थ होंदा ओट विच। महाराज कहते तू भी अपने आप नूं परमेश्वर के नाम का ओला लै लै, अपने उत्ते ओढ़ लै परमेश्वर के नाम का कपड़ा। मन मेरे, मेरे मना, गौ, गौ का अर्थ है ग्रहण करना। ग्रहण कर लै जनी तू की चीज़ ग्रहण करा जी, धारण कर लै हर नाम का ओला, हरि नाम का ओट आसरा धारण कर लै मेरे मना। फिर महाराज जी नाल की होएगा? कहते ने तुझे ना लागै ताता झोला। सतगुरु जी कहते तेनू तत्ती हवा भी नहीं लगेगी। ये करन दे नाल तत्ती हवा, बाणी जी तो बहुत थां ताती वाओ न लगई, पार ब्रह्म शरनाई, चौगिरद हमारा रामकार, दुख लगे न भाई, सतगुर पूरा भेटिया, जिन बनत बनाई, राम नाम औखद दिया, इक्का लिवलाई, राख लिए तिन रखण हार, सब ब्याध मिटाई। बेअंत थां ते इस तरह के उपदेश महाराज जी ने प्रमाण दे के समझाया। तुझे न लागै ताता झोला, तेनों तत्ती हवा भी नहीं लगेगी। आम तौर पर साडे बंदे कहते जी हवा लग गई, इनू वाह लग गई, फिर वो वाह दे बड़े इंतजाम करते हैं। गुरु नानक देव महाराज साहब सच्चे पातशाह जो बोलते घट सन, बचपन की गल है, बहुतियां गल्लां नहीं सी करते। उदों पिंडां दे लोकां ने आख्या जी पता नहीं इनू कोई हवा ही ना लगी होवे। हवा एक मौलवी से उन्होंने पिंड, उन्होंने सद लिया। उन्हें जी ਜਿਹੜੇ ਬੰਦੇ ਦੀ ਜਿੱਦਾਂ ਦੀ ਸੁਰਤ ਹੁੰਦੀ ਉਸੇ ਤਰ੍ਹਾਂ ਦਾ ਹੀ ਉਹਨੂੰ ਲੱਭਦੀ ਹੈ ਗੱਲਬਾਤ। ਉਹ ਕਹਿੰਦਾ ਆਪਾਂ ਝਾੜਾ ਕਰ ਦਿੰਦੇ ਹਾਂ। ਉਹਨੇ ਜੀ ਮਹਾਰਾਜ ਸਮਾਧੀ 'ਚ ਬੈਠੇ, ਸਿਮਰਨ ਵਿੱਚ ਬੈਠੇ, ਉਹਨੇ ਧੂਣੀ ਲਾ ਕੇ ਧੂੰਆਂ ਜਿਹਾ ਕਰ ਲਿਆ ਅਤੇ ਖਾਲਸਾ ਜੀ ਉਸ ਤੋਂ ਬਾਅਦ ਧੂਣੀ ਲਾਉਣ ਤੋਂ ਬਾਅਦ ਉਹਨੇ ਤਾਂ ਆਪਣਾ ਨਿੰਮ ਜਿਹਾ ਹੁੰਦਾ, ਜਿਹੜਾ ਨਿੰਮ ਦੇ ਡੱਕੇ ਲਾ ਲਏ, ਪੱਤੇ ਲਾ ਲਏ, ਉਹਨਾਂ ਨੂੰ
ਧੂੰਆਂ ਜਿਹਾ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਨੱਕ ਕੋਲ ਨੂੰ ਲਿਆਇਆ। ਜਦੋਂ ਧੂੰਆਂ ਅੰਦਰ ਗਿਆ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਨੇਤਰ ਖੋਲ੍ਹੇ। ਉਹਨੂੰ ਆਖਿਆ, ਹੋਇਆ ਕੀ ਕਰੀ ਜਾਂਦਾ? ਮਹਾਰਾਜ ਕਹਿੰਦਾ, ਜੀ ਮੈਂ ਇਹਨੂੰ, ਲੋਕ ਕਹਿੰਦੇ ਆ ਇਹਨਾਂ ਦੇ ਪੁੱਤ ਨੂੰ, ਨਾਨਕ ਜੀ ਨੂੰ, ਇਹ ਕੋਈ ਹਵਾ ਲੱਗ ਗਈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਨਹੀਂ ਭਾਈ, ਨਾਮ ਜਪਣ ਵਾਲਿਆਂ ਨੂੰ ਕੋਈ ਹਵਾ ਨਹੀਂ ਲੱਗਦੀ। ਹਵਾ ਤਾਂ ਤੁਹਾਨੂੰ ਲੱਗੀ ਆ ਸ਼ੈਤਾਨ ਦੀ, ਮਾਇਆ ਦੀ, ਕਲਯੁਗ ਦੀ। ਤੁਹਾਨੂੰ ਰੋਜ਼ ਨਾਉ ਸ਼ੈਤਾਨ ਮੱਤ ਕੱਟ ਜਾਈ। ਇਹਦਾ ਨਾਮ ਸ਼ੈਤਾਨ ਹੈ ਨਾ ਜਿਹਦਾ, ਇਹ ਦੇਖਿਓ ਬਚ ਕੇ ਰਿਹੋ, ਕੱਟ ਜਾਂਦਾ ਹੈ, ਵੱਢ ਜਾਂਦਾ ਬੰਦੇ ਨੂੰ। ਇਹ ਚੜ੍ਹ ਜਾਂਦਾ ਦਿਮਾਗ ਨੂੰ, ਅਤੇ ਫਿਰ ਬੰਦੇ ਨੂੰ ਦੂਜੇ ਬੰਦੇ ਹੀ ਲੱਗਦੇ ਆ ਵੀ ਇਹ ਕਮਲਾ ਹੈ, ਮੈਂ ਸਿਆਣਾ। ਇਹ ਬਹੁਤ ਚਲਾਕ ਹੈ। ਕਹਿੰਦੇ ਇੱਥੇ ਗੁਰੂ ਅਰਜਨ ਦੇਵ ਜੀ ਕਹਿੰਦੇ, ਤੁਝੇ ਨਾ ਲਾਗੈ ਤਾਤਾ ਝੋਲਾ। ਜਦੋਂ ਗੁਰੂ ਦੀ ਸ਼ਰਨ ਪਰਮੇਸ਼ਰ ਦੀ ਵਿੱਚ ਚੱਲ ਗਿਆ, ਤੈਨੂੰ ਤੱਤੀ ਹਵਾ ਲੱਗਣੀ ਨਹੀਂ। ਆਮ ਤੌਰ 'ਤੇ ਬੜੇ ਸੋਹਣਾ, ਇੱਕ ਛੋਟੇ ਛੋਟੇ ਹੁੰਦੇ ਸੀ ਉਦੋਂ ਸੁਣਦੇ ਹੁੰਦੇ ਸੀ, ਕਿਸੇ ਸੰਗੀਤ ਅੱਗੇ ਨੇ ਇੱਕ ਗਾਇਆ ਸੀ, ਤੱਤੀ ਵਾਓ ਨਾ ਲੱਗਦੀ ਜੀ ਗੁਰਾਂ ਦੇ ਚਰਨੀ। ਸੱਚਾਈ ਹੈ ਇਹ। ਗੁਰਾਂ ਦੇ ਚਰਨਾਂ ਨਾਲ ਜੁੜਿਆਂ ਤੱਤੀ ਹਵਾ ਲੱਗਦੀ ਹੋ ਨਹੀਂ, ਕਿਵੇਂ ਲੱਗ ਜਾਏਗੀ? ਜਿਹਨੂੰ ਕਿਸੇ ਨੂੰ ਲੱਗਦੀ ਹੈ, ਹਜੇ ਜੁੜਿਆ ਹੀ ਨਹੀਂ, ਉਹ ਅੰਦਰੋਂ ਜੁੜਿਆ ਨਹੀਂ। ਜਦ ਜੁੜ ਗਿਆ ਫੇਰ ਨਹੀਂ। ਰਹਾਓ ਵਿਸ਼ਰਾਮ ਦੇ ਕੇ ਸਮਝਾਉਂਦੇ, ਜਿਉਂ ਬੋਹਿਥ ਪੈ ਸਾਗਰ ਮਾਹੇ। ਕਹਿੰਦੇ ਨਾਮ ਤਾਂ ਬੰਦੇ ਦੀ ਇਉਂ ਸਹਾਇਤਾ ਕਰਦਾ ਹੈ, ਜਿਵੇਂ ਬੋਹਿਥ ਕਹਿੰਦੇ ਆ ਜੀ ਜਹਾਜ਼ ਨੂੰ, ਸਮੁੰਦਰੀ ਜਹਾਜ਼। ਜਿਵੇਂ ਸਮੁੰਦਰੀ ਜਹਾਜ਼ ਜਾਂ ਬੇੜਾ ਕੋਈ ਹੋਵੇ ਅਤੇ ਭੈ ਸਾਗਰ, ਬਹੁਤ ਭਿਆਨਕ ਸਮੁੰਦਰ ਹੋਵੇ, ਉਹਦੇ ਵਿੱਚ ਫਿਰ ਬੋਹਿਥ ਦਾ ਹੀ ਆਸਰਾ ਹੁੰਦਾ ਜਾਂ ਜਹਾਜ਼ ਦਾ ਆਸਰਾ ਹੁੰਦਾ, ਡੁੱਬਣ ਨਹੀਂ ਦਿੰਦਾ। ਅੰਧਕਾਰ ਦੀਪਕ ਦੀ ਪਾਹੇ। ਅੰਧਕਾਰ ਹਨੇਰੇ ਦੇ ਵਿੱਚ ਦੀਪਕ, ਦੀਵਾ ਦੀ ਪਾਹੇ, ਚੰਨ ਜਦੋਂ ਜਗਦਾ ਹੋਵੇ, ਚਾਨਣ ਦਿੰਦਾ ਹੋਵੇ ਦੀਪਕ, ਅਤੇ ਫਿਰ ਠੇਡਾ ਵੱਜਣ ਤੋਂ ਬੰਦਾ ਬਚ ਜਾਂਦਾ ਹੈ ਜਦੋਂ ਦੀਵਾ ਹੋਵੇ। ਇਉਂ ਪਰਮੇਸ਼ਰ ਦੇ ਨਾਮ ਦਾ ਚਾਨਣ ਬੰਦੇ ਦੇ ਅੰਦਰ ਹੁੰਦਾ। ਉਹ ਐਸਾ ਚਾਨਣ ਹੈ ਜਿਵੇਂ ਹਨੇਰੇ ਦੇ ਵਿੱਚ ਦੀਵਾ ਬਲਦਾ ਹੋਵੇ ਅਤੇ ਬੰਦੇ ਨੂੰ ਠੇਡਾ ਵੱਜਣ ਤੋਂ, ਠੁੱਡਾ ਵੱਜਣ ਤੋਂ ਬਚਾ ਰਹਿ ਜਾਂਦਾ ਹੈ। ਇਸੇ ਤਰੀਕੇ ਹੀ ਪਰਮੇਸ਼ਰ ਦੇ ਨਾਮ ਦਾ ਬੰਦੇ ਦੇ ਹਿਰਦੇ ਵਿੱਚ ਐਸਾ ਚਾਨਣ ਹੁੰਦਾ ਹੈ, ਸਾਧ ਸੰਗਤ ਤੋਂ ਬੰਦਾ ਔਗੁਣਾਂ ਤੋਂ, ਬੁਰਾਈਆਂ ਤੋਂ ਬਚ ਜਾਂਦਾ ਹੈ। ਉਹਨੂੰ ਪਤਾ ਰਹਿੰਦਾ ਵੀ ਇੱਧਰ ਨੂੰ ਨਹੀਂ ਜਾਣਾ। ਪੜ੍ਹਦੇ ਨਾ ਸੁਖਮਨੀ ਸਾਹਿਬ ਵਿੱਚ, ਪ੍ਰਭ ਕੈ ਸਿਮਰਨ ਨਾ ਵਿੰਗਾ ਪੈਰ। ਕੀ ਹੈ ਬਈ? ਪ੍ਰਭੂ ਦੇ ਸਿਮਰਨ ਨਾਲ ਪੈਰ ਵਿੰਗੇ ਰਸਤੇ ਨਹੀਂ ਜਾਂਦਾ, ਗਲਤ ਪਾਸੇ ਨਹੀਂ ਜਾਂਦਾ, ਟੇਢੇ ਪਾਸੇ ਬੁਰਾਈਆਂ ਵੱਲ ਬੰਦਾ ਨਹੀਂ ਜਾਂਦਾ। ਇਉਂ ਦੀਵਾ ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਅਗਨ ਸੀਤ ਕਾ ਲਾਹਸ ਦੁਖ। ਜਿਵੇਂ ਅੱਗ, ਠੰਡ ਹੋਵੇ, ਕਿੰਨੀ ਸੀਤ ਕਹਿੰਦੇ ਆ ਠੰਡ ਨੂੰ, ਠੰਡ ਹੋਵੇ ਬਹੁਤ ਜ਼ਿਆਦਾ, ਬੰਦੇ ਦੇ ਦੰਦ ਵੱਜਦੇ ਹੋਣ, ਠੁਰ ਠੁਰ ਕਰਦਾ ਫਿਰਦਾ ਹੋਵੇ, ਪਰ ਕਿਤੇ ਕਿਸੇ ਨੇ ਅੱਗ ਵਾਲੀ ਹੋਵੇ, ਲੱਕੜਾਂ ਲਾ ਕੇ ਧੂਣੀ ਲਾਈ ਹੋਵੇ, ਉਹਦੇ ਕੋਲ 2-4 ਮਿੰਟ ਬਹਿ ਜਾਏ ਅਤੇ ਸਾਰੀ ਠੰਡ ਬੰਦੇ ਦੀ ਉਤਰ ਜਾਂਦੀ ਹੈ। ਇਉਂ ਮਹਾਰਾਜ ਕਹਿੰਦੇ, ਅਗਨ ਸੀਤ ਕਾ ਲਾਹਸ ਦੁਖ। ਜਿਵੇਂ ਅੱਗ ਠੰਡ ਨੂੰ ਲਾ ਦਿੰਦੀ ਹੈ, ਮਨੁੱਖ ਦੀ ਠੰਡ ਦਾ ਦੁੱਖ ਅੱਗ ਦੂਰ ਕਰ ਦਿੰਦੀ ਹੈ, ਇਉਂ ਹੀ ਨਾਮ ਜਪਤ ਮਨ ਹੋਵਤ ਸੁਖ। ਇਉਂ ਹੀ ਜੇਕਰ ਬੰਦਾ ਨਾਮ ਜਪੇ ਜੀ ਪਿਆਰਿਓ, ਸਿਮਰਨ ਕਰੇ, ਅਤੇ ਜਿਵੇਂ ਠੰਡ ਕਾਹਦੀ? ਅਗਿਆਨਤਾ ਦੀ, ਅਵਿਦਿਆ ਦੀ, ਜੜਤਾ ਦੀ ਠੰਡ। ਠੰਡ ਕੀ ਹੈ? ਜਦੋਂ ਠੰਡ ਲੱਗਦੀ ਹੈ ਹੱਥ ਪੈਰ ਸੁੰਨ ਹੁੰਦੇ ਆ, ਉਦੋਂ ਪਤਾ ਨਹੀਂ ਲੱਗਦਾ ਮੇਰੇ ਹੱਥ ਨਾਲ ਵੀ ਆ, ਜਦੋਂ ਪੈਰ ਨਾਲ ਵੀ ਹਨ ਪਤਾ ਨਹੀਂ ਲੱਗਦਾ। ਨੰਗੇ ਪੈਰੀਂ ਤੁਰੋ, ਥੋੜ੍ਹੇ ਟਾਈਮ ਬਾਅਦ ਪੈਰ ਪਤਾ ਹੀ ਨਹੀਂ ਲੱਗਦਾ। ਇਉਂ ਜਿਹੜੀ ਠੰਡ ਹੈ, ਇਉਂ ਬੰਦੇ ਦੇ ਹੱਥ ਪੈਰ ਜੜ ਕਰਦੀ ਹੈ, ਪਤਾ ਨਹੀਂ ਲੱਗਦਾ। ਇੱਦਾਂ ਹੀ ਅਵਿਦਿਆ ਰੂਪੀ ਜੜਤਾ ਹੁੰਦੀ, ਜਦੋਂ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਮੇਰੇ ਇੰਦਰੇ ਕੀ ਕਰ ਰਹੇ ਆ, ਨਾ ਪਤਾ ਮੇਰਾ ਮੈਂ ਬੋਲ ਕੀ ਰਿਹਾ, ਮਾੜਾ ਵੀ ਬੋਲੀ ਜਾਣਾ, ਇਹ ਨਹੀਂ ਪਤਾ ਮੈਂ ਹੱਥਾਂ ਨਾਲ ਕੀ ਕਰ ਰਿਹਾ, ਰਿਸ਼ਵਤ ਲੈ ਰਿਹਾ, ਦੇ ਰਿਹਾ, ਇੰਨਾ ਸੁੱਤਾ ਹੁੰਦਾ। ਪੈਰਾਂ ਨਾਲ ਇਹ ਨਹੀਂ ਪਤਾ ਹੁੰਦਾ ਕਿਹੜੇ ਪਾਸੇ ਜਾ ਰਿਹਾ, ਅੱਖਾਂ ਨਾਲ ਇਹ ਨਹੀਂ ਪਤਾ ਮੈਂ ਕੀ ਵੇਖੀ ਜਾਂਦਾ, ਬੁਰੀਆਂ ਚੀਜ਼ਾਂ, ਮਾੜੀ, ਹਰੇਕ ਜਿਹੜੀ ਬੁਰਾਈ ਕਰਦਾ, ਪਰ ਇਹਨੂੰ ਅੰਦਰੋਂ ਸੁੱਤਾ ਹੁੰਦਾ।
ਤੇ ਜਦੋਂ ਆਪਾਂ ਅੱਗ ਦੇ ਨੇੜੇ ਜਾਂਦੇ ਹਾਂ, ਪੈਰ ਹੱਥ ਪੈਰ ਸੁੰਨੇ ਹੋਣ, ਨਹੀਂ ਪਤਾ ਹੱਥਾਂ ਦਾ ਪੈਰਾਂ ਦਾ, ਫਿਰ ਆਪਾਂ ਨੂੰ ਹੋਸ਼ ਵਿੱਚ ਆ ਜਾਈਦਾ, ਫਿਰ ਹੱਥਾਂ ਦਾ ਪੈਰਾਂ ਦਾ ਪਤਾ ਲੱਗਦਾ। ਆਪਾਂ ਕੋਈ ਠੰਡੀ ਚੀਜ਼ ਖਾ ਲਓ, ਤੁਹਾਡੇ ਨਾਲ ਤਾਂ ਪਤਾ ਨਹੀਂ ਹੁੰਦਾ, ਪਤਾ ਨਹੀਂ ਜੇ ਠੰਡੀ ਜਿਹੀ ਕੁਲਫੀ ਜੀ ਖਾ ਲਓ, ਜੀਭ ਹੈ ਜਿਹੜੀ ਉਹ ਸੁੰਗੜ ਜਾਂਦੀ ਹੈ, ਸੁੰਗੜ ਜਾਂਦੀ ਜਾਂ ਜੜ ਹੋ ਜਾਂਦੀ, ਉਹਦਾ ਪਤਾ ਨਹੀਂ ਲੱਗਦਾ, ਅਤੇ ਫਿਰ ਬੋਲਿਆ ਵੀ ਨਹੀਂ ਸਹੀ। ਇਉਂ ਹੀ ਜਦੋਂ ਜੀਭ ਮਾਇਆ ਦੀ ਮੱਤ ਦੇ ਉੱਤੇ ਪੜਦਾ ਪੈ ਜਾਏ ਤਾਂ ਫਿਰ ਜੀਭ ਵੀ ਇੱਦਾਂ ਹੀ ਸੁੰਨ ਹੋ ਜਾਂਦੀ, ਜਾਣੀ ਪਤਾ ਹੀ ਨਹੀਂ ਲੱਗਦਾ ਤੁਹਾਨੂੰ ਕੀ ਬੋਲ ਰਹੇ ਹੋ ਤੁਸੀਂ। ਤਾਂ ਹੀ ਅੱਜ ਕੱਲ੍ਹ ਕੀ ਆ, ਬਾਰ ਬੰਦੇ ਬਚਨ ਕਰਦੇ, ਬਚਨ ਕਰਕੇ ਮੁੱਕਰਦੇ, ਫਿਰ ਅੱਜ ਕੱਲ੍ਹ ਅਗਲੇ ਪਰ ਨੋਟ 'ਤੇ ਲਿਖਾਉਂਦੇ ਆ, ਫਿਰ ਅੱਜ ਕੱਲ੍ਹ ਐਫੀਡੇਵਿਟ 'ਤੇ ਲਿਖਾਉਂਦੇ ਆ, ਸਾਈਨ ਕਰਾਉਂਦੇ ਆ, ਅੰਗੂਠੇ ਲਵਾਉਂਦੇ ਆ, ਗਵਾਹੀ ਪਵਾਉਂਦੇ ਆ ਕਿ ਇਹ ਬੰਦੇ, ਆਹ ਬੰਦੇ ਦੀ ਰਹਿ ਗਈ। ਕਾਰਨ ਕਿਉਂਕਿ ਇਹਦਾ ਕੀ ਪਤਾ ਮੁੱਕਰੇ ਜਾਵੇ, ਹੋ ਸਕਦਾ ਆਖੇ ਮੈਨੂੰ ਤਾਂ ਪਤਾ ਹੀ ਨਹੀਂ, ਕਿਉਂਕਿ ਇਹ ਤਾਂ ਪਤਾ ਨਹੀਂ ਨਾ। ਅਤੇ ਇਹ ਹੈ ਸਾਧ ਸੰਗਤ। ਪਰ ਜਿਹੜਾ ਗੁਰਸਿੱਖ ਹੈ, ਜਿਉਂ ਹੀ ਉਹ ਬ੍ਰਹਮ ਅਗਨੀ ਦੇ ਨੇੜੇ ਜਾਂਦਾ ਹੈ, ਨਾਮ ਦੇ ਨੇੜੇ ਜਾਂਦਾ ਹੈ, ਕੀ ਹੈ ਕਿ ਉਹਦੇ ਅੰਦਰੋਂ ਫਿਰ ਉਹ ਜਿਹੜੀ ਮਾਇਆ ਦੀ ਬੇਸਮਝੀ ਦੀ ਜੜਤਾ ਦੀ ਠੰਡ ਹੈ ਉਹ ਉਤਰ ਜਾਂਦੀ ਹੈ। ਫਿਰ ਉਹ ਇੰਨਾ ਜਾਗ ਜਾਂਦਾ, ਉਹਨੂੰ ਪਤਾ ਹੁੰਦਾ ਮੈਂ ਕੀ ਬੋਲ ਰਿਹਾ। ਬੋਲਣ ਵਾਸਤੇ ਨਹੀਂ ਬੋਲਦੇ ਵੀ ਬੋਲੀ ਜਾਣਾ, ਕਈ ਬੰਦਿਆਂ ਦਾ ਸੁਭਾਵ ਹੁੰਦਾ ਬੋਲੀ ਜਾਣਾ ਹੁੰਦਾ, ਨਾ, ਬੋਲਣ ਵਾਸਤੇ ਨਹੀਂ ਬੋਲਦੇ, ਲੋੜ ਅਨੁਸਾਰ ਉਹਨਾਂ ਨੇ ਬੋਲਣਾ ਹੁੰਦਾ। ਦੇਖਣ ਵਾਸਤੇ ਨਹੀਂ ਵੇਖਦੇ ਵੀ ਬਸ ਦੇਖੀ ਜਾਣਾ ਅਤੇ ਹੋਰ ਕੀ ਕਰੀਏ, ਦੇਖੀਏ ਨਾ ਵੀ ਲੋੜ ਹੈ ਜਿਹੜੀ ਚੀਜ਼ ਦੀ ਦੇਖ ਲਓ, ਨਹੀਂ ਤਾਂ ਨੇਤਰ ਬੰਦ ਕਰੋ, ਨੇਤਰ ਬੰਦ ਕਰਕੇ ਬੈਠੇ ਰਹੋ। ਉਹ ਬਿਨਾਂ ਮਤਲਬ ਸੁਣਨ ਵਾਸਤੇ ਨਹੀਂ ਸੁਣਦੇ, ਕਿੰਨੀ ਕੁ ਗੱਲ ਦੀ ਲੋੜ ਹੈ ਉਨੀ ਕੁ ਸੁਣਨੀ, ਵਰਨਾ ਤੁਸੀਂ ਆਖੋਗੇ ਕੀ ਕੰਨਾਂ 'ਚ ਉਂਗਲਾਂ ਪਾ ਲਈਏ, ਨਹੀਂ ਇੱਦਾਂ ਨਹੀਂ ਪੈਂਦੀਆਂ। ਇਹ ਜਦੋਂ ਸੁਰਤੰਤਰਮੁਖੀ ਹੋ ਗਈ, ਤੁਹਾਨੂੰ ਜਿਹੜੀਆਂ ਗੱਲਾਂ ਵੱਲ ਤੁਹਾਡਾ ਇੰਟਰਸਟ ਹੈ ਨਹੀਂ, ਉਹ ਸੁਣਨੋਂ ਆਪੇ ਹੀ ਹਟ ਜਾਣਗੀਆਂ, ਬੋਲੀ ਜਾਵੇ। ਬਾਣੀ 'ਚ ਲਿਖਿਆ ਵੀ ਹੈ, ਸਾਕਤ ਕਾ ਬਕਨਾ ਇਉਂ ਜਾਨੋ ਜੈਸੇ ਪਵਨ ਝੁਲਾਈ। ਸਾਕਤ ਦੇ ਬੋਲਾਂ ਦਾ ਕੋਈ ਬਹੁਤਾ ਲਾਭ ਨਹੀਂ ਹੋਇਆ ਕਰਦਾ, ਜਿਵੇਂ ਹਵਾ ਫਾਲਤੂ ਖੜਕਾ ਕਰੀ ਜਾਂਦੀ ਹੈ, ਵਗੀ ਜਾਂਦੀ ਹੈ, ਹੁਣ ਉਹਨੂੰ ਤੁਸੀਂ ਸੁਣਦੇ ਹੋ ਨਹੀਂ। ਇੱਦਾਂ ਹੀ ਜਿਹੜਾ ਬੋਲਣਾ, ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਵ ਰਹੀ ਹੈ। ਸੰਤਨ ਸਿਉਂ ਬੋਲੇ ਉਪਕਾਰੀ, ਮੂਰਖ ਸਿਉਂ ਬੋਲੇ ਝੱਖ ਮਾਰੀ। ਫਿਰ ਜ਼ੁਬਾਨ ਨੂੰ ਵੀ ਆਪਣੇ ਹਿਸਾਬ ਨਾਲ ਉਹ ਰੱਖ ਲੈਂਦਾ, ਬਿਨਾਂ ਮਤਲਬ। ਜਿੱਥੇ ਬਿਨਾਂ ਬੋਲੇ ਸਰੇ ਹੱਸ ਕੇ ਸਰ ਜਾਵੇ, ਉੱਥੇ ਹੱਸ ਕੇ ਸਾਰ ਦਿਓ। ਜਿੱਥੇ ਹਾਂ ਹੂੰ ਮਾੜੀ ਮੋਟੀ ਕਰਕੇ ਸਰ ਜਾਵੇ, ਸਾਰ ਦਿਓ, ਉੱਥੇ ਖੜੋ ਨਾ। ਫਾਲਤੂ ਬੋਲਣ ਦਾ ਕੋਈ ਫਾਇਦਾ ਨਹੀਂ। ਜਿੰਨਾ ਨੁਕਸਾਨ ਬੋਲਣ ਦਾ ਹੈ, ਓਨਾ ਚੁੱਪ ਰਹਿਣ ਦਾ ਨਹੀਂ। ਜਿੰਨੇ ਝਗੜੇ ਅੱਜ ਤੁਹਾਡੇ ਮਿੱਤਰ ਪਿਆਰੇ ਹੋਣਗੇ ਥਾਣਿਆਂ 'ਚ, ਪੁਲਿਸ ਵਾਲੇ ਬੰਦੇ ਤੁਹਾਡੇ ਘਰਾਂ 'ਚ ਹੀ ਆ, ਬੱਚੇ ਪੁੱਛੋ ਵੀ ਕਿ ਜਿੰਨੇ ਕੇਸ ਹੈ ਕਾਹਦੇ, ਉਹ ਕਹਿੰਦਾ ਮੈਨੂੰ ਇਉਂ ਬੋਲਤਾ, ਮੈਂ ਅੱਗੋਂ ਇਉਂ ਬੋਲਤਾ, ਉਹ ਮੈਨੂੰ ਇਉਂ ਬੋਲਤਾ, ਮੈਂ ਡਾਂਗ ਮਾਰਤੀ ਸਿਰ 'ਚ, ਉਹ ਮੈਨੂੰ ਇਉਂ ਬੋਲਦੀ ਸੀ, ਮੈਂ ਅੱਗੋਂ ਇਉਂ ਬੋਲਤਾ। ਮੈਂ ਕਿਹਾ ਚੱਕ, ਆਪਾਂ ਨਹੀਂ ਰਹਿ ਸਕਦੇ, ਘਰ ਵੱਖੋ ਵੱਖਰਾ ਕਰ ਕੇਸ ਚੱਲਦੇ ਆ। ਉਹ ਮੇਰੇ ਨਾਲ ਇਹ ਜ਼ਿਆਦਾ ਕਦੇ ਇਹ ਕੇਸ ਨਹੀਂ ਹੋਊ ਵੀ ਮੈਂ ਮੇਰੇ ਨਾਲ ਘੱਟ ਬੋਲਿਆ, ਜਾਂ ਮੈਨੂੰ ਉਹਨੇ ਮਾੜਾ ਨਹੀਂ ਬੋਲਿਆ, ਮੈਂ ਤਾਂ ਤੁਹਾਡੇ ਨਾਲ ਇਹਦੇ ਨਾਲ ਟੁੱਟ ਰਿਹਾ, ਮੈਨੂੰ ਮਾੜਾ ਨਹੀਂ ਬੋਲਿਆ ਨਾ। ਚੁੱਪ ਰਹਿਣ ਦੇ ਬੜੇ ਲਾਭ ਹੈ, ਬਹੁਤ ਲਾਭ ਹੈ। ਪਰ ਜਿੱਥੇ ਕਿਤੇ ਲੋੜ ਆ ਉੱਥੇ ਬੋਲ ਲਓ। ਬੋਲ ਸੋ ਧਰ ਮੀੜਿਆ, ਮੋਨ ਕਤ ਧਾਰੀ ਰਾਮ। ਪਰ ਅੱਜ ਸਾਡੇ ਇਹ ਆ ਵੀ ਬੇਵਜ੍ਹਾ ਬੋਲੀ ਜਾਣਾ। ਜੇ ਕਿਤੇ ਕੋਈ ਬੁਲਾਉਣ, ਕੋਈ ਚੱਜ ਦੀ ਗੱਲ ਹੋਵੇ, ਉੱਥੇ ਬੱਟਾ ਬਣ ਕੇ ਖੜ੍ਹ ਜਾਣਾ, ਪੱਥਰ ਬਣ ਕੇ ਖੜ੍ਹ ਜਾਣਾ, ਬੋਲਣਾ ਹੀ ਨਾ। ਇਸ ਲਈ ਇਸ ਚੀਜ਼ ਨੂੰ ਸਮਝ ਜਾਣਾ, ਗੁਰਸਿੱਖ ਸਮਝ ਜਾਂਦਾ ਹੈ। ਉਹ ਇੰਨਾ ਜਾਗਿਆ ਹੁੰਦਾ ਹੈ ਕਿ ਉਹਦੇ ਹੱਥ ਪੈਰ ਨੇਤਰ ਕਿੱਧਰ ਵੇਖ ਰਹੇ, ਐਵੇਂ ਡਰਨਾ ਬਣ ਕੇ ਨਹੀਂ ਦੇਖੀ ਜਾਂਦਾ ਲੋਕਾਂ ਨੂੰ ਵੀ ਲੈ ਵੀ ਦੇਖਣਾ ਹੀ ਦੇਖਣਾ, ਹਰ ਜ਼ਰੂਰੀ ਹੈ ਬਾਰ ਬਾਰ ਵੇਖਣਾ ਨਾ ਪਰਾਏ ਰੂਪਾਂ ਨੂੰ ਤੱਕਣਾ ਬਾਰ ਬਾਰ। ਇਹਨਾਂ 'ਚ ਨਾ ਵਸਤਰ ਕੱਪੜਾ ਸੋਨਾ ਚਾਂਦੀ, ਇਹਨਾਂ ਚੀਜ਼ਾਂ ਵੱਲ ਕਿਸੇ ਦੀਆਂ ਹੋਵੇ ਕੋਈ, ਇਹਨਾਂ ਚੀਜ਼ਾਂ ਤੋਂ ਬਚਣਾ। ਅਤੇ ਇਉਂ ਮਹਾਰਾਜ ਕਹਿੰਦੇ ਨੇ, ਨਾਮ ਜਪਤ ਮਨ ਹੋਵਤ ਸੂਖ। ਨਾਮ ਜਪਣ ਦੇ ਨਾਲ ਮਨ ਨੂੰ ਸੁੱਖ ਹੋ ਜਾਂਦਾ ਹੈ। ਜਿਹੜਾ ਮਨ ਦੁਖੀ ਹੁੰਦਾ ਰਹਿੰਦਾ ਨਾ, ਬਾਰ ਬਾਰ ਪਰਾਈਆਂ ਇੱਛਾਵਾਂ, ਪਰਾਈਆਂ ਚੀਜ਼ਾਂ, ਪਰਾਈਆਂ ਵਸਤੂਆਂ ਨੂੰ ਵੇਖ ਵੇਖ ਕੇ, ਇਉਂ ਨਾਮ ਜਪਣ ਦੇ ਨਾਲ ਮਨ ਨੂੰ ਅੰਦਰੋਂ ਸੁੱਖ ਸ਼ਾਂਤੀ ਹੋ ਜਾਂਦੀ ਹੈ।
उतर जाए तेरे मन की प्यास। सतगुरु गुरु अर्जन देव जी कहते तेरे मन की प्यास उतर जाएगी। मन नूं एक तृष्णा लगी हुई है, प्यास लगी हुई है, खिच है। तुसीं आपे सोचो भी चलो आपां इन्नी गल आखी भी बंदा बार बार देखी जाता, बार बार बोली जाता, बार बार कुछ ना कुछ करी जाता, क्यों करता? सोचो, पागल है। तुसीं आप भी सोच लो भी तुसीं आखोगे मैं औखा अड्डी खड़ा सवेर तो शाम तक, पागल हाँ ना। तुहानूं पता भी नहीं दरअसल तुहाडे अंदर जिहड़ा मन है उहनूं एक बूंद चाहीदी है। जिवें पपीहा है ना बेचारा, पपीहा आसमान वल नूं उत्ते नूं मूँह करके वेखी जांदा, कूकदा, सवेर नूं कूकण लग जांदा। बबीहा अमृत वेले बोलिया, बोलदा ना प्रियो 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 प्रियो, जदों बोलदा तो तरस आउंदा उहदी आवाज़ ते। क्यों बई? झल्ला हो, कमला हो। वो इस करके उन्होंने अंदरों प्यास लगी है भी किते सवंती बूंद आवे। पपीहा सही दिशा वाल अपना काम कर रहा है। साडे अंदर भी एक प्यास है, पर दुख की गल ये असी वो प्यास नूं बुझाउण लई सही पासे नूं नहीं चल रहे। गल है बस, गल इन्नी है। जो असी देख रहे हैं बाहर, ये है भी खौरे बाहरों कोई बूंद मिल जाए। लोकां नूं वेखदे आं, चाहुंदे आं कोई बंदा मिलदा भज के उहदे वल नूं जाने आं, की हुंदा कारण? कोई शायद खौरे कुछ मिल जाए। गल्लां बातां करदे आं असीं, कहंदे जी गलबात की, लिंक बनिया, नंबर लिया दिता, कारण की है दा भी खौरे कुछ मिल जे, प्राप्ति हो जाए। मिलिया बथेरा कुछ है, ये नहीं कि थोनों मिलिया नहीं, बथेरा कुछ मिल गया। जो मिल गया वो काम दा नहीं, काम दा क्यों नहीं? है ही नहीं कुछ। फिर बाहरों जो कुछ लाओगे काम दा उन्हें भी नहीं निकलना। सोने दे महल मिल जाण थानूं भावें, रावण वर्गे महल जिन्हां कोल हैगे सी, उन्हां ने आखिर आख्या भी इन्हां च तां कुछ भी नहीं निकलिया। नवखंडन को राज कमावै बाणी कहती है, अंत चलै गुहारी। नौ खंड धरती का राजा भी क्यों ना हो जाए, महाराज समझा रहे हैं। इन्हां चीज़ां चों सुख है नहीं। दरअसल बेचारा अंदरला मन है जिहड़ा वो तड़फिया फिरदा, वो अंदरला पपीहा स्वांती बूंद बिना तरसदा फिरदा है। उहनूं बूंद लभदे फिरदे हैं, कदे निंदा चुगली चों रस लभदे हैं, कदे फालतू बोल के रस लभदे हैं, कदे कौड़ा बोल के रस लभदे हैं, कदे चापलूसी मिठे बोल बोल के रस लभदे हाँ, कदे दुनिया नूं वेख वेख के रस लभदे हाँ। क्षण भंगर सुख आउंदा है, क्षण मात्र सुख आउंदा है, पर वो अंदरला कहंदा ना ये नहीं, थोड़ा जिहा मिनट क लई आउंदा है, फिर मुड़ के नहीं आउंदा। इसलिए महाराज साहब कहंदे ने भाई उतर जाए तेरे मन की प्यास। मन ते बेचारा तड़फदा है, प्यासा पिया है, वो किवें उतरू? महाराज कहंदे नाम जपत मन होवत सूख। नाम है उहदी दवाई असल अंदरले दुख दी, पीड़ा दी। असल पीड़ा हरी बाम परमेश्वर दा नाम है। उतर जाएगी तेरे मन की प्यास। किवें जी? पूर्ण होवै सगली आस। सतगुरु कहंदे ने तेरी सारियां आसां इच्छावां पूरियां हो जाणगियां प्यारिया। बड़ियां आसां बंदे हर किसी की आस हुंदी कोई ना कोई। महाराज कहंदे नाम जपण नाल तेरियां आसां भी पूरियां हो जाणगियां, सिमरन नाल हो जाणगियां, मिल जाणगियां चीज़ां। डोलै नाही तुम्हारा चीत, तेरा मन डोलेगा नहीं। जिहड़ा डोलदा फिरदा ना, हुण दिन च 50 वारी डोलदा मन। बड़े लोग बड़े इन्ने पश्चाताप च कई बंदे जींदे है कि सोचीदा की कीता जाए। कई बंदे मैं अपने इस तरह के संपर्क विच आए कि सोची पै जाईदा भी इन्हां दे मन नूं किवें आसरा दईए। इन्ने जानी ओह मानसिक तौर पर टुटे हुंदे आ, बार बार कहणगे हो जूगा ये काम ना, फिर ठीक हो जूगा, फिर काम चल पऊगा ना, फिर पहुँच जूगा मैं उत्थे। इन्ने इन्ने क थल्ले डिग जाते हैं कि इउं सोचीदा भी यार तू तो इन्ना उलझिया फिरदा है कि
थोड़ा सबर रख। फिर महाराज इत्थे समझा रहे हैं, कहते तेरी आस भी पूरी होएगी ते डोला ना ही तुम्हारा चीत, ते तेरा चित्त भी नहीं डोलेगा। तेनों जी चित्त उदों नहीं डोलता जो सामने देखने लग जे कुछ, बई हाँ काम चल रहा है, फाइल लगी हुई है, काम अगे जारी है, हो जाएगा काम। ਜਦੋਂ कुछ दिखता नहीं फिर बंदे का मन डोलता। कहते फिर तेनों चमकारे दिखाएगा, दसेगा, इशारा देगा, इंडीकेशन देगा भी कोई ना, हो जाएगा। क्यों अमृत नाम जाप गुरमुख मीत। महाराज मैं फिर की करा, कहते तू अमृत नाम जपया कर। अमृत अमृतमई नाम, मिठा, मृत्यु तो रहत करने वाला ਉਹ ਨਾਮ ਗੁਰਮੁਖ ਮੀਤ है। गुरमुख आ ਉਹਨੂੰ ਮਿੱਤਰਾ, ਉਹਨੂੰ ਜਪਿਆ ਕਰ, ਉਹ ਕੰਮ ਕਰਿਆ ਕਰ। ਹੁਣੇ ਦਵਾਈ ਦੱਸਤੀ, ਪਹਿਲਾਂ ਬਿਮਾਰੀਆਂ ਦੀ ਡਿਟੇਲ ਦਿੱਤੀ, ਆਹ ਬਿਮਾਰੀ ਦੂਰ ਹੋਊਗੀ, ਆਹ ਹੋ ਜੂਗੀ, ਆਹ ਹੋ ਜੂਗੀ, ਆਹ ਹੋ ਜੂਗੀ, ਸਾਰਾ ਕੁਝ ਦੱਸਤਾ। ਹੁਣ ਮਨ ਨੂੰ ਤਰਵਾਸ ਮਿਲ ਪਿਆ। ਹੁਣ ਦੱਸਤੀ ਦਵਾਈ ਵੀ, ਆਹ ਦਵਾਈ ਆ, ਆਹ ਬੂਟੀ ਆ, ਆਹ ਪੁੜੀ ਖਾ ਲੈ। पर हुण वेखियो तुसीं साडे चों अद्धे बंदिआं ने पुड़ी दवाई नहीं लैनी, कहना इलाज हो जे मेरा। पुड़ी है नाम, वो तुसीं मैं नहीं कहता कि तुसीं पहले दिने 10 घंटे 12 घंटे ला लोगे, नहीं, तुसीं 10 मिनट कढ लो। मैं गुरु ते भरोसा रख के कहना, इत्थे ही मैं हाँ, तुसीं भी इत्थे ही। 10 दिन जपो, अज 5 तरीक है, 10 दिन तो इत्थे ही हाँ मैं। 10 दिन 10 मिनट कढ़ के रोज़ जपो। जपना किद्दां है, गोडे गुडे ठीक है तो इदा जिमें मैं बैठा चौंकड़ा मार के, जे नहीं गोडे ठीक फिर कोई कुर्सी लै लो, इस तरह की कुर्सी लियो जिहड़ी आले दाले तो सेफ होवो, तुसीं डिग ना जाओ, तुसीं आउं ना लगे मैं डिग जूँगा। फिर अपने गोडियां ते हथ रख लो, हथ लम्मे करके उहदे उत्ते बैठ जाओ। बैठ के लम्मा साह लै लो, पहला 2 3 5 वारी साह लैना, कुछ नहीं उदों करना। लम्मा साह उत्ते नूं लै लो, फिर लम्मा साह थल्ले नूं कढ दो, रोक के, पहले जिन्ना रोक सको रोक लो। एक बारी रोक लिया, फिर उदों बाद थल्ले नूं लम्मा साह सारी हवा पेट दी अपने नक राहीं बाहर कढ दो। फिर उत्थे रोक लो जिन्ना रोक सको। कुछ नहीं हुंदा तुहानूं, कोई नहीं मरदा नहीं, आपां मरदे नहीं, इन्नी छेती नहीं मरन लगे भी साह बंद कर। जदों 5 वारी इदां करियो। मैं तुहानूं कहना भी पहली वारी जदों तुसीं लम्मा साह लओगे, पहली वारी तुहाडा 5% मन टिक जाएगा। क्योंकि मन समझो गल एक नूं, मन स्वासां ते भजदा है। जब जिन्ना मन भटकेगा उन्नी साह बार बार लेगा बंदा, ज़्यादा तेज साह चलेगा। तुसीं कहंदे जी मैं हुण धड़कन वध गई मेरी, तुसीं कहंदे मैं हुण मतलब डर गया, ज़्यादा तेज साह क्यों? जदों चिंता च हुंदे, जिवें फर्ज करो अगे तुहाडी किसी ने इंटरव्यू लैनी है, उस वेले तुहाडे मन च हुंदी है भी लै भी अगे की बनूगा, फिर उही साह तेज, साह प्रणाली वो तेज काम करन लग जांदी है। क्यों? मन जदों तुहाडा स्वासां नूं तुसीं रोक लिया, उदों मन की की ताकत है भी मन भज जे, फोकस करेगा अपने आप। साहां नूं रोको 5 वारी इदां करके ते फिर उस तो बाद बैठे बैठे बोल के सिमरन करो। बोल के करना भी इदां ही है, लम्मी आवाज़ विच वाहिगुरू फिर लम्मा साह ले लो, पूरा लैके साह, फिर इदां ही वाहिगुरू
जिन्ना लिजा सकते, 10 मिनट इदां 5 मिनट कल तो ही करना शुरू कर दो। 10 दिनों बाद तुसी देखियो इहदे रिजल्ट की निकल गए। तुहाडीआं शरीर दीआं बीमारियां भी दूर होणगीआं। एक वार भी तुसी जिद्दां मैं तुहानूं दस्सिआ, एक वार भी इदां नाम जदों पहली वार वाहिगुरू इदां करोगे, पहली वार इदां करन नाल तुहाडा शरीर तुहाडा रोम रोम दस देगा इहदा फर्क की है। यह है पुड़ी नाम दी। पर जे हुण तुसी जपोगे नहीं, ये काम करोगे नहीं, फिर तां पूछत है वैद भाई गुरदास जी कहते, खात औषध न संजमत है, कैसे मिटे रोग सुख सहजा समाई है। पुछदे फिरो दुनिया भर दे वैदां कोल चले जाओ, ते वो तुहानूं देण जड़ी बूटी दवाई, वो तुसी खाओ ना, ते आखो जी तो वैद चजदा नहीं, काम दा नहीं, ये तो एवं बेकार वैद है, ये कोल तां मैं 20 वारी गया, 20 वारी गया, दवाई एक दिन भी नहीं लई। आखे दवाई वो तो घरे रखी पई है, वो तो खोली हो नहीं। इसलिए महाराज साहब कहते हैं, कहते तेरी नाम औखद सुनो सोई जन पावै, ये नाम की दवाई है, ये थानू मिल रही है। पर महाराज कहते ये उही बंदा प्राप्त करता है। कौन जी? कर किरपा जिस आप दिवावै जी, तो किरपा करता है। आ किरपा ही हो रही है साडे ते, जिन्ने असी बैठे हाँ नाम विच जुड़ रहे हैं, सारे जपो सारे वाहिगुरू 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 वाहिगुरू। आ नाम है ना जिहड़ा महाराज कहंदे, ਇਹ ਕਹਿੰਦੇ नाम औखद सोई जन पावै, ਉਹਨੂੰ ਇਹ ਮਿਲਦਾ। ਇਹ औषधि है, दवाई है एक तरह की। किनू महाराज? कर किरपा जिस आप दिवावै जी, ते किरपा कर रहा है सिद्धि, जिन्हों आप दवा रहा है, उन्हें आप मोहर लाई है थोड़े आइडेंटिटी कार्डां ते भी आ बंदियां नूं देना नाम। अज इन्हां नूं नाम की जुगती दसनी है, इन्हां नूं नाम वाले पासे जोड़ना। ये जुड़नगे अज, इन्हां तो जपा लो अज। कहंदे जिन्हां नूं वो आप किरपा करके दिंदा है जां दवाउंदा गुरु दे कोलों, उही लैंदे आ। हर हर नाम जाकै हिरदै वसै, सतगुरु गुरु अर्जन देव जी कहंदे, कहंदे हरी वाहिगुरू दा नाम जिस बंदे दे हिरदे च वस जाए प्यारिओ, ये तो पहला स्टैप है जीवन नाल जपना। वाहिगुरू 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 वाहिगुरू, बार बार जपना, ये पहला स्टैप है। इस तो बाद हौली हौली ये नाम थोड़ा सुरत च बस जाएगा। यानी तुसी 5 मिनट तो पहला बोल के करो हमेशा। मैं तो यह थानू बेनती करनी चाहूँगा, जदों तक तुसी संत नहीं बन जाते, जिदन संत बन गए थानू कि मेरे तो परमिशन लैण की लोड़ नहीं, किसी नूं पुछण की लोड़ नहीं, थानू किसी ने दसना नहीं, थानू आपे गुरु ने दस देना भी तू बन गया। जिन्ना चਿਰ ਉਹ पदवी आउंदी ਉਹ अंदरों अवस्था बनती नहीं, उन्ना समा एक गल पक्की रखो भी पहला नाम जपन लग्या 5 मिनट बोल के जपने ही जपने, चुप करके नहीं। मैं ये चीज़ों नूं वेख्या, धोखे खादे आ। कई बारी लगता है भी थक गया, गला ऐ हो गया, वाह हो गया। वो बड़ा कलयुग की वो खेड हुंदी है। उदां बोली जाएगा, गल्लां बातां करी जाएगा, किसी को खड़ा दो, गल्लां बोलण दा टाइम ही नहीं दिंदा दूजे नूं। अगर मेरी सुण मेरी सुण, अपनी ही सुनाई जाएगा, चुप नहीं करेगा। पर नाम जपण वेले गला थक जाएगा, तो थक गया। बाणी पढ़न लग्या खंघ आण लग जाएगी, कदे कुछ हो जाएगा, कदे कुछ हो जाएगा। ये कुछ तो मन भी बहुत भैड़ा भैड़ा है। इनू जे ला के रखे इधर नूं भी, इनू फिर समझ लगती भी ये तो कराऊगा ही कराऊगा, काम तो नहीं, नाम तो जपाउणा ही जपाउणा।
ਇਹਨੂੰ ਕਹੇ ਮਿੱਤਰਾ ਮਰਜ਼ੀ ਹੈ ਤੇਰੀ, ਪਿਆਰ ਨਾਲ ਜਪੇਗਾ ਤਾਂ ਵੀ ਠੀਕ ਨਹੀਂ, ਜਪਣਾ ਤੇ ਪੈਣਾ ਹੀ ਹੈ। ਹੌਲੀ ਹੌਲੀ ਫਿਰ ਆਪੇ ਹਟ ਜਾਂਦਾ। ਜਿਵੇਂ ਬੱਚੇ ਨੂੰ ਆਪਾਂ, ਕਈ ਬੱਚਿਆਂ ਨੂੰ ਮਾਪੇ ਕਹਿੰਦੇ ਆਹ ਕੰਮ ਕਰ, ਫਿਰ ਤੈਨੂੰ ਕਾਰਟੂਨ ਲਾ ਕੇ ਦੇਵਾਂਗੇ, ਹੋਮਵਰਕ ਕਰ। ਉਹ ਕਹਿੰਦੇ ਵੀ ਕੰਮ ਤਾਂ ਕਰਨਾ ਹੀ ਪੈਣਾ, ਅੱਜ ਨਹੀਂ ਕਰਾਂਗੇ ਅੱਜ ਲੱਗੇਗਾ ਹੀ ਨਹੀਂ ਸਾਰਾ ਦਿਨ, 1 ਦਿਨ 2 ਦਿਨ 4 ਦਿਨ। ਫਿਰ ਉਹ ਇੰਨੇ ਸਿਆਣੇ ਹੋ ਜਾਂਦੇ, ਮਾਂ ਦੇ ਕਹਿਣ ਤੋਂ ਪਹਿਲਾਂ ਹੀ ਕਹਿੰਦੇ ਹੋਮਵਰਕ ਕੀਤਾ ਪਿਆ, ਡਨ, ਐਨ ਕੰਮ ਹੁਣ ਲਾ ਦੇ। ਉਹਨੇ ਕਹਿਣਾ ਚੱਲ ਲਾ ਲੈ। ਇਉਂ ਹੀ ਮਨ ਨੂੰ, ਆਪਣੇ ਨੂੰ, ਮਨ ਵੀ ਬੱਚਾ ਹੀ ਹੈ, ਬੱਚਿਆਂ ਦੀ ਤਰ੍ਹਾਂ ਇਹਨੂੰ ਟਰੀਟ ਕਰਨਾ, ਇਹਨੂੰ ਵੀ ਕਰਨਾ ਤਾਂ ਪੈਣਾ ਹੀ ਆ ਸਿਮਰਨ। ਅੱਧਾ ਘੰਟਾ ਤਾਂ ਲਾਉਣਾ ਹੀ ਲਾਉਣਾ। ਫਿਰ 5 ਮਿੰਟ ਇਹਨੂੰ ਬੋਲ ਕੇ ਲਾਓ। ਜਦੋਂ ਵੀ ਕਰਨਾ 5 ਮਿੰਟ ਜ਼ਰੂਰ ਬੋਲੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਮੈਂ, ਸਾਹ ਸਵਾਸ ਨਾਲ 5 ਮਿੰਟ ਉਹ ਲਾ ਲਓ, ਫਿਰ ਉਸ ਤੋਂ ਬਾਅਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿੰਨਾ ਚਿਰ ਬੋਲੋ, ਜਿੰਨਾ ਵੀ ਹੋ ਸਕੇ ਬੋਲ ਕੇ ਕਰੋ। ਉਦੋਂ ਬਾਅਦ ਜਦੋਂ ਤੁਹਾਡੇ ਪਰਿਪੱਕ ਹੋ ਗਿਆ, ਫਿਰ ਸਵਾਸ ਸਵਾਸ ਨਾਮ ਚੱਲ ਪਏਗਾ। ਅਤੇ ਉਂਝ ਇਉਂ ਹੈ ਵੀ ਇਹ ਜਿਹੜਾ ਬਿਨਾਂ ਬੋਲਿਆ ਨਾਮ ਜਦੋਂ ਅਸੀਂ ਜਪਦੇ ਹਾਂ, ਉਦੋਂ ਮਨ ਆਮ ਅਵਸਥਾ ਵਿੱਚ, ਇਹਦਾ ਫਰਕ ਹੁੰਦਾ ਨਾ, ਕਈਆਂ ਦੀ ਅਵਸਥਾ ਟਿਕੀ ਹੁੰਦੀ ਹੈ, ਉਹਨਾਂ ਦੀ ਹੋਰ ਹੈ, ਉਹ ਫਿਰ ਉਹ ਮੱਧਮਾ ਬਾਣੀ ਵਿੱਚ ਚਲੇ ਜਾਂਦੇ ਆ। ਪਰ ਪਹਿਲੀ ਅਵਸਥਾ ਨਾਮ ਦੀ, ਪਹਿਲੀ ਹੁੰਦੀ ਬੈਖਰੀ, ਫਿਰ ਮੱਧਮਾ, ਫਿਰ ਪਸ਼ਯੰਤੀ, ਫਿਰ ਪਰਾ। 4 ਥਾਂ 'ਤੇ ਇਹ ਬਾਣੀ ਚੱਲਦੀ ਹੈ। ਬੈਖਰੀ ਜੋ ਅਸੀਂ ਬੋਲ ਰਹੇ ਹਾਂ, ਮੱਧਮਾ ਹੁੰਦੀ ਹੈ ਜਿਵੇਂ ਅਸੀਂ ਮੂੰਹ ਦੇ ਵਿੱਚ ਬੁੜਬੁੜਾਉਂਦੇ ਹਾਂ, ਕੋਈ ਗੱਲ ਮੂੰਹ 'ਚ ਬੁੜਬੁੜਾਉਂਦੇ ਨਾ, ਕਈ ਵਾਰੀ ਯਾਦ ਕਰਦੇ ਹਾਂ, ਕੋਈ ਇੱਦਾਂ ਬੋਲਦੇ ਹਾਂ, ਇਹਨੂੰ ਮੱਧਮਾ ਕਹਿੰਦੇ ਆ, ਇਹਨੂੰ ਮੱਧਮ ਜਿਹੀ ਆਵਾਜ਼। ਫਿਰ ਪਸ਼ਯੰਤੀ ਹੁੰਦੀ ਹੈ ਹਿਰਦੇ ਵਿੱਚ, ਦਿਲ ਦੀ ਧੜਕਣ ਦੇ ਨਾਲ ਨਾਮ ਦਾ ਚੱਲ ਪੈਣਾ। ਪਰਾ ਹੁੰਦੀ ਹੈ ਤੁਹਾਡੀ ਧੁਨੀ ਦੇ ਅੰਦਰ, ਜਿਹਨੂੰ ਨਾਭੀ ਕਹਿੰਦੇ ਆ, ਉੱਥੇ ਹੀ ਸਾਰਾ ਸਿਸਟਮ ਪਿਆ ਤੁਹਾਡਾ, ਉੱਥੇ ਹੀ ਹੈ ਸਾਰਾ ਜਨਮ ਜਨਮੰਤਰਾਂ ਦੇ ਸੰਸਕਾਰ, ਗਿਆਨ, ਧਿਆਨ ਉੱਥੇ ਹੀ ਪਿਆ ਸਾਰਾ ਕੁਛ। ਜਦੋਂ ਉਹ ਖੁੱਲ੍ਹ ਜਾਂਦੀ ਆ, ਉਹਨੂੰ ਕੁੰਡਲਨੀ ਖੁੱਲ੍ਹਣੀ ਕਹਿ ਦਿੰਦੇ ਆ। ਸਾਨੂੰ ਇਹ ਚੀਜ਼ਾਂ 'ਚ ਫਸਾਇਆ ਨਹੀਂ ਗੁਰੂ ਸਾਹਿਬ ਨੇ, ਸਾਨੂੰ ਸਿਰਫ ਨਾਮ ਦੀ ਗੱਲ ਆਖੀ ਵੀ ਨਾਮ ਜਪੋ ਬਸ, ਉਹਦੇ ਨਾਲ ਆਪੇ ਹੀ ਸਾਰੀਆਂ ਚੀਜ਼ਾਂ ਅੰਦਰ ਖਾਤੇ ਚੱਲੀ ਜਾਂਦੀਆਂ, ਉਹਨਾਂ 'ਤੇ ਧਿਆਨ ਦੇਣ ਦੀ ਲੋੜ ਨਹੀਂ ਹੁੰਦੀ। ਨਹੀਂ ਤਾਂ ਫਿਰ ਬੰਦੇ ਦਾ ਦਿਮਾਗ ਪਾਗਲ ਹੋ ਜਾਂਦਾ ਜੇ ਕੁੰਡਲਨੀ ਚੱਕਰ 'ਚ ਪੈ ਜਾਵੇ ਬੰਦਾ। ਮੈਂ ਇੱਦਾਂ ਦੇ ਬੰਦੇ ਵੇਖੇ ਆ ਕਿ ਅਖੇ ਜੀ ਮੇਰਾ ਆਹ ਚੱਕਰ ਘੁੰਮ ਗਿਆ, ਆਹ ਖੁੱਲ੍ਹ ਗਿਆ ਜੀ, ਆਹ ਖੁੱਲ੍ਹ ਗਿਆ, ਫਿਰ ਕਮਲੇ ਹੋਣ ਲੱਗ ਜਾਂਦੇ, ਮੈਨੂੰ ਆਹ ਆਵਾਜ਼ ਸੁਣਦੀ, ਮੈਨੂੰ ਨਾ, ਇਹ 'ਚ ਨਹੀਂ ਪੈਣਾ, ਨਾਮ ਜਪੋ। ਫਿਰ ਉਹ ਪਰਾ ਜਦੋਂ ਚੱਲ ਪੈਂਦਾ, ਫਿਰ ਰੋਮ ਰੋਮ ਵਿੱਚ ਨਾਮ ਆਪਣੇ ਆਪ ਚੱਲਦਾ। ਅਤੇ ਇਸ ਲਈ ਯਤਨ ਇਹ ਕਰੋ ਕਿ ਨਾਮ ਹੈ ਜਿਹੜਾ ਉਹ ਜ਼ੁਬਾਨ ਨਾਲ ਜਪੋ। ਫਿਰ ਮਹਾਰਾਜ ਕਹਿੰਦੇ ਭਾਈ ਸੁਣੋ, ਹਰ ਹਰ ਨਾਮ ਜਾ ਕੇ ਹਿਰਦੈ ਵਸੈ। ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਵਸ ਜਾਏ, ਪਹਿਲਾਂ ਜ਼ੁਬਾਨ ਹੈ ਫਿਰ ਹਿਰਦਾ, ਜ਼ੁਬਾਨ ਤੋਂ ਮੱਧਮਾ, ਮੱਧਮਾ ਤੋਂ ਹਿਰਦਾ, ਆ ਅੰਦਰ ਤੁਹਾਡੇ, ਜਾਂ ਸੁਰਤ ਕਹਿ ਲਓ ਇਹਨੂੰ, ਤੁਹਾਡੀ ਸੁਰਤ 'ਚ ਵਸ ਜਾਏ ਹਰੀ ਦਾ, ਪਰਮਾਤਮਾ ਦਾ ਨਾਮ। ਫਿਰ ਕੀ ਹੋਏਗਾ? ਮਹਾਰਾਜ ਕਹਿੰਦੇ ਦੁੱਖ ਦਰਦ ਤੇ ਨਾਨਕ ਨਸੈ। ਆਖਰੀ ਪੰਕਤੀ ਵਿੱਚ ਸਮਝਾ ਰਹੇ ਹੈ ਗੁਰੂ ਸਾਹਿਬ, ਕਹਿੰਦੇ ਭਾਈ ਉਸ ਬੰਦੇ ਦਾ ਦੁੱਖ ਵੀ, ਜਨਮ ਮਰਨ ਦਾ ਦਰਦ ਵੀ, ਪੀੜਾ ਵੀ ਜਿਹੜੀ ਜਮਾਂ ਦੀ ਹੈ ਭਾਈ, ਉਹ ਨਸ ਜਾਏਗੀ ਅਤੇ ਉਸ ਬੰਦੇ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਣਗੇ। ਇਹ ਗੁਰੂ ਸਾਹਿਬ ਨੇ ਸ਼ਬਦ ਅੰਦਰ ਬਖਸ਼ਿਸ਼ ਕੀਤੀ ਹੈ। ਇੱਥੇ ਸ਼ਬਦ ਦੀ ਸੰਪੂਰਨਤਾ ਹੈ, ਸਮੇਂ ਦੀ ਸਮਾਪਤੀ ਹੈ। ਜਿੰਨੀਆਂ ਵੀ ਸੰਗਤਾਂ ਦੂਰੋਂ ਨੇੜੇ ਚੱਲ ਕੇ ਆਈਆਂ, ਸਭਨਾਂ ਨੂੰ ਜੀਓ ਆਇਆਂ ਨੂੰ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਪਾਵਨ ਵਿਵਾਹ ਪੁਰਬ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਅਤੇ ਧੰਨ ਧੰਨ ਮਾਤਾ ਜੀਤਾ ਜੀ ਦੇ ਨਾਲ 1734 ਬਿਕਰਮੀ ਸੰਮਤ 23 ਹਾੜ ਨੂੰ ਗੁਰੂ ਕਲਗੀਧਰ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ। ਕਿਉਂਕਿ ਹੋਇਆ ਗੁਰੂ ਕੀ ਲਾਹੌਰ, ਜਿਹਨੂੰ ਅੱਜ ਕੱਲ੍ਹ ਆਨੰਦਪੁਰ ਸਾਹਿਬ ਤੋਂ 12 ਕਿਲੋਮੀਟਰ ਹੈ। ਮਾਤਾ ਜੀ ਦੇ ਜਿਹੜੇ ਪਿਤਾ ਸਨ, ਉਹਨਾਂ ਦੀ ਇੱਛਾ ਸੀ ਵੀ ਜਿਹੜੀ ਮੇਰੀ ਧੀ ਦਾ ਵਿਆਹ ਹੈ, ਇਹ ਮੈਂ ਲਾਹੌਰ ਦੇ ਸਨ ਵੀ ਲਾਹੌਰ ਹੀ ਕਰਾਂ। ਗੁਰੂ ਸਾਹਿਬ ਨੇ ਆਖਿਆ ਵੀ ਅਸੀਂ ਤੁਹਾਡੇ ਲਈ ਇੱਥੇ ਹੀ ਆ ਜਾਓ, ਪਰਿਵਾਰ ਸਾਰਾ ਲਿਆਓ, ਅਸੀਂ ਇੱਥੇ ਹੀ ਲਾਹੌਰ ਵਸਾ ਦਿੰਦੇ ਹਾਂ। ਫਿਰ ਗੁਰੂ ਕੀ ਲਾਹੌਰ ਆਨੰਦਪੁਰ ਸਾਹਿਬ ਤੋਂ ਨਾਨਕੇ ਹੈ ਸਾਡੇ, ਉਹ ਸਾਨੂੰ ਜ਼ਰੂਰ ਜਾਣਾ ਚਾਹੀਦਾ ਉੱਥੇ। ਤਾਂ ਜਿਵੇਂ ਨਾਨਕਿਆਂ ਦਾ ਚਾਅ ਹੁੰਦਾ ਨਾ ਹਰ ਕਿਸੇ ਨੂੰ,
ਉੱਥੇ ਮੈਂ ਤੇ ਜੇ ਕੋਈ ਗੱਲ ਬਹੁਤ ਔਖੀ ਹੋਵੇ ਤੇ ਫਿਰ ਉੱਥੇ ਬੇਨਤੀ ਕਰੀ ਦੀ ਮਾਤਾ ਜੀ ਨੂੰ ਜਾ ਕੇ, ਕਿਉਂਕਿ ਨਾਨਕੇ ਜਿਵੇਂ ਬੱਚਾ ਅੜ ਜਾਂਦਾ ਨਾ ਮਾਮਿਆਂ ਕੋਲ, ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ। ਮਾਮੇ ਕੇ ਮਾਂ ਸ਼ਬਦ ਇੱਕ ਮਾਂ ਅਤੇ ਮਾਮਾ ਦੋ ਮਾਵਾਂ ਰਲ ਕੇ ਅਤੇ ਮਾਮਾ ਫਿਰ ਬਣਦਾ। ਜ਼ਿਆਦਾ ਜ਼ੋਰ ਹੁੰਦਾ ਨਾਨਕਿਆਂ 'ਤੇ, ਹੁੰਦਾ ਤਾਂ ਹੈ ਨਾਨਕਿਆਂ 'ਤੇ ਜੇ ਮਾਂ ਬਹੁਤ ਚੰਗੀ ਹੋਵੇ ਨਾਨਕਿਆਂ ਦੀ ਅੱਗੇ। ਜੇ ਮਾਂ ਦੀ ਉੱਥੇ ਬਣਦੀ ਨਹੀਂ ਅਤੇ ਮਾਂ ਨਿੱਤ ਲੜਦੀ ਹੈ ਅਤੇ ਤੁਹਾਨੂੰ ਕਿਹੜੇ ਨਾਨਕੇ ਨੇ ਪੁੱਛਣਾ। ਅਤੇ ਨਾਨਕਿਆਂ 'ਤੇ ਜ਼ੋਰ ਜ਼ਿਆਦਾ ਹੁੰਦਾ। ਸਾਡੇ ਤਾਂ ਨਾਨਕੇ ਗੁਰੂ ਕੀ ਲਾਹੌਰ ਨੇ, ਫਿਰ ਉੱਥੇ ਆਪਾਂ ਬੇਨਤੀ ਕਰਨੀ ਹੁੰਦੀ ਹੈ। ਅਤੇ ਗੁਰੂ ਕਲਗੀਧਰ ਮਹਾਰਾਜ ਜੀ ਦੇ ਸਹੁਰਾ ਪਰਿਵਾਰ ਰਾਮ ਬਸੀ ਖੱਤਰੀ ਸਨ ਉਹਨਾਂ ਦਾ ਨਾਂ, ਅਤੇ ਉਹ ਉੱਥੇ ਦੇ ਰਹਿਣ ਵਾਲੇ ਸਨ ਲਾਹੌਰ ਦੇ। ਫਿਰ ਉਹਨਾਂ ਲਈ ਉੱਥੇ ਗੁਰੂ ਕੀ ਲਾਹੌਰ ਨਗਰ ਵਸਾਇਆ ਮਹਾਰਾਜ ਨੇ। ਫਿਰ 23 ਹਾੜ ਨੂੰ ਉੱਥੇ ਬਰਾਤ ਮਹਾਰਾਜ ਜੀ ਦੀ ਅਨੰਦਪੁਰ ਸਾਹਿਬ ਭੋਰਾ ਸਾਹਿਬ ਜਿਹੜਾ ਸਥਾਨ ਹੈ ਗੁਰੂ ਕਾ ਮਹਿਲ, ਉੱਥੋਂ ਗਈ ਚੱਲੀ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਨੇ ਬੜੇ ਚਾਵਾਂ ਨਾਲ ਪਹਿਲਾਂ ਸੀਸਗੰਜ ਸਾਹਿਬ ਗੁਰੂ ਘਰ ਹੈ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਕੀਤਾ, ਉੱਥੇ ਨਮਸਕਾਰ ਕੀਤੀ, ਅਰਦਾਸ ਬੇਨਤੀ ਕੀਤੀ। ਅਰਦਾਸ ਬੇਨਤੀ ਕਰਨ ਤੋਂ ਬਾਅਦ ਫਿਰ ਉੱਥੋਂ ਬਰਾਤ ਚੜ੍ਹ ਕੇ ਗਈ ਜਿੱਥੇ ਗੁਰਦੁਆਰਾ ਅੱਜ ਕੱਲ੍ਹ ਸ਼ੇਰਾ ਸਾਹਿਬ ਹੈ, ਉੱਥੇ ਜਾਂਦੇ ਹੋ ਨਾ ਤੁਸੀਂ ਗੁਰੂ ਕੀ ਲਾਹੌਰ, ਉੱਥੇ ਗੁਰਦੁਆਰੇ ਦਾ ਨਾਮ ਹੈ ਸ਼ੇਰਾ ਸਾਹਿਬ। ਦਰਅਸਲ ਜਦੋਂ ਮਹਾਨ ਕੋਸ਼ ਪੜ੍ਹੋਗੇ ਉਹਦੇ 'ਚ ਗੁਥਲੀ ਖੁੱਲ੍ਹਦੀ ਹੈ। ਉਂਝ ਉਹਦਾ ਨਾਮ ਬਸੰਤਰਗੜ੍ਹ ਹੈ ਗੁਰਦੁਆਰੇ ਦਾ। ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਇੱਕ ਵਾਰ ਉੱਥੇ ਸ਼ੇਰਾ ਸਾਹਿਬ ਲਿਖਤਾ, ਮੁੜ ਕੇ ਹੁਣ ਉਹ ਸ਼ੇਰਾ ਸਾਹਿਬ ਹੀ ਚੱਲੀ ਆਉਂਦਾ ਅਤੇ ਲੋਕ ਉੱਥੇ ਸ਼ੇਰੇ ਚਾੜ੍ਹਦੇ ਆ। ਸੁੱਖਾਂ ਵਾਰ ਆਉਂਦੀਆਂ ਨੇ, ਬਖਸ਼ਿਸ਼ ਹੁੰਦੀ ਗੁਰੂ ਆਸਥਾ ਉੱਥੇ ਬਣ ਗਈ, ਜਿਹਦਾ ਕਿਸੇ ਦਾ ਵਿਆਹ ਵੂ ਨਹੀਂ ਹੁੰਦਾ। ਦਰਅਸਲ ਗੁਰੂ ਸਾਹਿਬ ਉੱਥੇ ਜਾ ਕੇ ਉਤਰੇ ਸਨ, ਉਤਾਰਾ ਕਰਵਾਇਆ ਸੀ ਗੁਰੂ ਜੀ ਦਾ। ਉੱਥੋਂ ਬਸੰਤੀ ਰੰਗ ਦਾ ਪੁਸ਼ਾਕ ਮਹਾਰਾਜ ਨੇ ਪਹਿਨੀ ਸੀ ਅਤੇ ਉੱਥੋਂ ਚੜ੍ਹ ਕੇ ਫਿਰ ਵਿਆਹੁਣ ਵਾਸਤੇ ਜਿੱਥੇ ਅੱਜ ਉੱਚਾ ਗੁਰਦੁਆਰਾ ਬਣਿਆ, ਜਿੱਥੇ ਪੰਡਾਲ ਲੱਗਿਆ ਸੀ ਮਾਤਾ ਜੀਤਾ ਜੀ ਦੇ ਆਨੰਦ ਕਾਰਜ ਮਹਾਰਾਜ ਨਾਲ ਉੱਥੇ ਹੋਏ ਸਨ। ਅਤੇ ਗੁਰੂ ਕੀ ਲਾਹੌਰ ਉਹਦਾ ਨਗਰ ਦਾ ਨਾਮ ਹੈ। ਅਤੇ ਸੱਧੂ ਅਤੇ ਭਾਈ ਮੱਧੂ ਨਾਂ ਦੇ ਦੋ ਰਾਗੀ ਸਨ, ਉਹਨਾਂ ਕੀਰਤਨ ਕੀਤਾ ਸੀ। ਅੱਜ ਦਾ ਉਹ ਦਿਹਾੜਾ ਹੈ, ਉੱਥੇ ਮੇਲਾ ਮਨਾਇਆ ਜਾਂਦਾ। ਬਸੰਤ ਪੰਚਮੀ ਨੂੰ ਹੁੰਦਾ ਉਹ, ਉਂਝ ਤਾਂ 23 ਹਾੜ ਨੂੰ ਸੀ, ਪਰ ਪੰਥ ਨੇ ਕੁਝ ਇਸ ਤਰ੍ਹਾਂ ਦੇ ਪੁਰਬ ਹੈ ਜਿਹੜੇ ਉਹ ਇਸ ਤਰ੍ਹਾਂ ਦੇ ਨੀਅਤ ਕੀਤੇ ਹੋਏ ਵੀ ਇਹਨਾਂ ਦਿਨਾਂ 'ਚ ਆ ਮਨਾਉਣੇ ਆ ਦਿਨ। ਤਾਂ ਅੱਜ ਬੜੀ ਵੱਡੀ ਪੱਧਰ 'ਤੇ ਉੱਥੇ ਸੰਗਤ ਜਾਂਦੀ ਹੈ। ਜਿਵੇਂ ਵਿਆਹ ਨੂੰ ਆਪਾਂ ਕਿਸੇ ਦੇ ਵਿਆਹ ਨੂੰ ਚੀਜ਼ਾਂ ਖਾਈ ਦੀਆਂ ਨੇ ਨਾ, ਉੱਦਾਂ ਹੀ ਉੱਥੇ ਫਿਰ ਤਿਆਰੀ ਹੁੰਦੀ ਹੈ। ਮਹਾਂਪੁਰਸ਼ ਧੰਨ ਧੰਨ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਵਾਲੇ ਬ੍ਰਹਮਲੀਨ ਮਹਾਂਪੁਰਸ਼, ਉਹ ਗੁਰੂ 'ਚ ਅਭੇਦ ਆਤਮਾ ਸਨ ਸੱਚੀ ਮੁੱਚੀ ਹੀ। ਬੜੇ ਰੱਜ ਕੇ ਉਹਨਾਂ ਦੇ ਦਰਸ਼ਨ ਕੀਤੇ ਆ ਮਹਾਂਪੁਰਸ਼ਾਂ ਦੇ। ਚਲੋ ਹੁਣ ਤਾਂ ਸੱਚਖੰਡ ਪਿਆਨਾ ਕਰ ਗਏ ਆ ਕਈ ਸਾਲ ਪਹਿਲਾਂ। ਮੈਨੂੰ ਯਾਦ ਆਇਆ ਆਖਰੀ ਵਾਰ ਮੈਂ ਪਿੰਡ ਨੂੰ ਜਾਣਾ ਸੀ, ਉਹਨਾਂ ਨੂੰ ਮਿਲਿਆ ਸੀ ਅਤੇ ਮੈਂ ਕਿਹਾ ਬੇਨਤੀ ਕੀਤੀ, ਮੈਂ ਕਿਹਾ ਮੈਂ ਜਾਣਾ ਪਿੰਡ ਜਾ ਕੇ ਆਉਣਾ। ਮੈਨੂੰ ਉਹਨਾਂ ਨੇ ਗਲ ਬੱਕੜੀ ਪਾਈ, ਸਿਰ 'ਤੇ ਹੱਥ ਰੱਖਿਆ, ਨਾਲੇ ਮੈਨੂੰ ਲੱਡੂ ਦਿੱਤੇ। ਸੇਵਾਦਾਰ ਨੂੰ ਕਹਿੰਦੇ 2 ਲੱਡੂ ਅਤੇ ਮੈਂ ਕਿਹਾ ਜੀ 2 ਲੈ ਲਏ। ਮੈਂ ਇਹਨੂੰ ਕਹਿੰਦੇ ਹੋਰ ਦੇ ਦੇ, ਇਹਨੂੰ ਡੱਬਾ ਭਰ ਕੇ ਮੈਨੂੰ ਝੋਲੀ 'ਚ ਭਰ ਦਿੱਤਾ। ਮੈਂ ਕਿਹਾ ਜੀ ਚੰਗਾ ਫਿਰ ਮੈਂ ਜਾਇਆ। ਮੈਂ ਕਹਿੰਦੇ ਚੰਗਾ ਹੁਣ ਫਤਿਹ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਕਿਹਾ ਕਿਤੇ ਉੱਦਾਂ ਹੀ ਕਹਿੰਦੇ ਨਹੀਂ ਫਤਿਹ ਹੈ, ਬਸ ਤੁਸੀਂ ਪੰਥ ਦੀ ਸੇਵਾ ਚੜ੍ਹਦੀ ਕਲਾ ਨਾਲ ਕਰਨੀ ਹੈ। ਮੈਨੂੰ ਇੱਦਾਂ ਉਹਨਾਂ ਨੇ ਬਚਨ ਕੀਤਾ, ਬ੍ਰਹਮ ਗਿਆਨੀ ਮਹਾਂਪੁਰਸ਼। ਮੈਨੂੰ ਨਹੀਂ ਸੀ ਪਤਾ ਵੀ ਕੀ ਕਹਿੰਦੇ ਆ ਇਹ ਇੰਨੀ। ਮੈਂ ਕਿਹਾ ਵੀ ਇੰਨੀ ਫਤਿਹ ਤਾਂ ਬੁਲਾਉਂਦੇ ਨਹੀਂ ਹੁੰਦੇ ਇਹ। ਮੈਂ ਪਿੰਡ ਗਿਆ, ਬਾਅਦ ਵਿੱਚ ਮੈਨੂੰ ਪਤਾ ਲੱਗ ਗਿਆ ਵੀ ਮਹਾਂਪੁਰਸ਼ ਸਰੀਰ ਛੱਡ ਗਏ ਆ। ਬਚਨ ਕਰ ਗਏ ਸੇਵਾ ਚੜ੍ਹਦੀ ਕਲਾ ਨਾਲ ਕਰੋ। ਉਹ ਇੰਨੀ ਵਧੀਆ ਉੱਥੇ ਕਰਦੇ ਹੁੰਦੇ ਸਨ ਮਹਾਂਪੁਰਸ਼ ਕਾਰ ਸੇਵਾ ਵਾਲੇ ਬਾਬਾ ਲਾਭ ਸਿੰਘ ਜੀ, ਸੱਚੀ ਸੁੱਚੀ ਆਤਮਾ, ਆਨੰਦਗੜ੍ਹ ਕਿਲ੍ਹੇ ਵਾਲੇ। ਅਤੇ ਉਹ ਉੱਥੇ ਹਰੇਕ ਤਰ੍ਹਾਂ ਦੀ ਬਰਫੀ ਬਣਾਉਣੀ, ਯਾਨੀ ਕੁਲਵੀਰ ਸਿੰਘ ਜੀ ਹੋਣੀ ਤਾਂ ਜਾਣਦੇ ਆ ਸਾਰੀ ਗੱਲ। ਬਰਫੀ ਬਣਾਉਣੀ, ਲੱਡੂ ਬਣਾਉਣੇ ਬੜੇ ਬੂੰਦੀ ਵਾਲੇ, ਕਈ ਮਹੀਨੇ ਪਹਿਲਾਂ ਗੁਲਾਬ ਜਾਮਣਾ ਚੱਲਣੀਆਂ। ਜਿਵੇਂ ਗੁਰੂ ਜੀ ਦੇ ਵਿਆਹ ਦੇ ਵਿੱਚ ਹੁੰਦਾ ਉੱਦਾਂ ਹੀ ਉੱਥੇ ਪ੍ਰਬੰਧ ਹੁੰਦੇ ਸਨ। ਹੁਣ ਵੀ ਉਸੇ ਤਰੀਕੇ ਉੱਥੇ ਪ੍ਰਬੰਧ ਹੁੰਦੇ ਹੈ। ਅਤੇ ਬਹੁਤ ਸਾਰੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਅੱਜ ਦੇ ਦਿਨ ਅਨੰਦਪੁਰ ਸਾਹਿਬ ਤੋਂ ਕੱਲ੍ਹ ਨਗਰ ਕੀਰਤਨ ਸੀ ਅਤੇ ਅੱਜ ਉੱਥੇ ਵੱਡਾ ਮੇਲਾ ਹੈ। ਉਹਦੇ ਸੰਬੰਧ ਵਿੱਚ ਗੁਰਪੁਰਬ ਮਨਾਏ ਜਾ ਰਹੇ ਆ। ਸਮੂਹ ਸੰਗਤਾਂ ਨੂੰ ਗੁਰਪੁਰਬ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਵਧਾਈਆਂ। ਹੋਈਆਂ ਭੁੱਲਾਂ ਦੀ ਖਿਮਾ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।